ਸਤਨਾਮ ਸ਼੍ਰੀ ਵਾਹਿਗੁਰੂ। ਵਾਹਿਗੁਰੂ ਸਤਨਾਮ ਕੋ ਬੰਧਨ ਬਾਰੰਬਾਰ, ਬੰਧਨ ਕੰਦਨ ਸੁਖ ਸਦਨ, ਹਟ ਮਰਦਨ ਨਰਧਾਰ। ਜਿਉ ਬੁਲਾਵੇ ਤੁਮ ਬੋਲਣਾ ਸੁਆਮੀ, ਆਦਿ ਗੁਰ ਏ ਨਮః, ਜੁਗਾਦਿ ਗੁਰ ਏ ਨਮঃ, ਸਤਿਗੁਰੂ ਏ ਨਮః, ਸ੍ਰੀ ਗੁਰਦੇਵ ਏ ਨਮঃ। ਜਿਉ ਬੁਲਾਵੇ ਤੁਮ ਬੋਲਣਾ ਸੁਆਮੀ, ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਮੈਂ ਤਾਂ ਬਣ ਕੇ ਭੁਖਾਰੀ ਦਰ ਆ ਗਿਆ, ਫਿਰ ਪਦ ਬੰਦਗੀ ਦਾ। ਬਣ ਕੇ ਭੁਖਾਰੀ ਦਰ ਆ ਗਿਆ, ਫਿਰ ਪਦ ਬੰਦਗੀ ਦਾ। ਜਿਨ ਮਨ ਹੋਰ ਮੁਖ ਹੋਰ ਸਿਕੰਡੇ ਕੱਚਿਆ, ਰਤੇ ਇਸ਼ਕ ਖੁਦਾਏ ਰੰਗ ਦਿਦਾਰ ਕੇ, बिसरिया जिन नाम से पोए पार्थिए, आप लिए लड़ लाए दर दरवेश से,
ਤਿਨ ਧਨ ਜਣੇਂਦੀ ਮਾਓ ਆਏ ਸਫਰ ਸੇ ਪਰਵਤਗਾਰ ਅਪਾਰ ਅਗਮ ਬੇਅੰਤ ਤੂੰ ਜਿਨੀ ਪਛਾਤਾ ਸੱਚ ਚੁੰਮਾ ਪੈਰ ਮੂੰਹ ਤੇਰੀ ਪਨਾ ਖੁਦਾਏ ਤੂੰ ਬਖਸ਼ੰਦਗੀ ਸ਼ੇਖ ਫਰੀਦਾ ਖੈਰ ਦੀਜੈ ਬੰਦਗੀ ਤੇਰੇ ਨਾਮ ਨੇ ਅਨੇਕਾਂ ਪਾਪੀ ਤਾਰੇ ਨੇ ਤੇਰੇ ਨਾਮ ਨੇ ਅਨੇਕਾਂ ਪਾਪੀ ਤਾਰੇ ਨੇ जाओ को सिमर अजमल उदर गण का होगत पाई सतगुरु जुगो जुगोटल साहिब श्री गुरु ग्रंथ साहिब महाराज के पवित्र गोद विच आप जिन्ने भी माई भाई घरेलू कम्मां कारां तो वेले होकर छुटकारा पा के महाराज की गोद विच पहुंचे वडभागे हो जो कि सतगुरु सच्चे पातशाह के चरणों के विच बैठ करके अपने जीवन का अमोलक समा सफला कर रहे हो। सत संगत विच बताए हुए पल, सत संगत विच बताया हुआ समा, बताइया हुई घड़ियां को वैकुंठ नूं लै जाण वास्ते समर्थ हुंदियां ने। क्यों सत्संग की महानता इन्नी क्यों दसी गई है। सत्संगत दे विच वो वरतारा वरतदा जिहड़ा दुनिया दे विच सत्संग किते नहीं वरतदा। सत्संगत दे विच जिस वखर को लैन तू आया वाहिगुरु परमेश्वर दे नाम दी महिमा, वाहिगुरु परमेश्वर का नाम सब नालों अमोलक है, सब नालों उच्चा। बाणी दसदी है साईं नाम अमोल कीम ना कोई जान दो,
कीमत नहीं कोई जान सकता। जिन्ना भाग मथाहे से नानक हर रंग मान दो। मथे दे भाग जिन्हां दे चंगे हुंदे ने ਉਹੀ सत्संगत दे विच आउंदे ने, ਉਹੀ नाम जपदे ने। सत्संगत कैसी जानी है जिथे एको नाम बखानी है। आओ तुसीं सुणदे सी नाम जप के नाम दी शक्तियां। किड्डे बड़े बड़े पापी जाको सिमर अजामल उधरियो। अजामल पापी जग जाने। संसार दुनिया जानदी सी अजामल पापी है, हुण भी जानदी है। पापी ਉਹਦੇ ਨਾਂ ਨਾਲ ਸਾਧ ਸੰਗਤ ਲੱਗ ਚੁੱਕਾ ਸੀ। ਤਖੱਲਸ ਜਿਵੇਂ ਆਪਾਂ ਨਾਂ ਦੇ ਨਾਲ ਕੋਈ ਲੱਗ ਜਾਂਦਾ ਹੈ, ਫਲਾਣਾ ਨਾਂ ਦੇ ਨਾਲ ਪਾਪੀ ਲੱਗ ਚੁੱਕਾ ਸੀ। ਇੰਨੇ ਪਾਪ ਕੀਤੇ। ਉਹਦੇ ਜੇ ਜੀਵਨ ਦੀ ਵਿਚਾਰ ਕਰੀਏ, ਅਜਾਮਲ ਦੇ ਜੀਵਨ ਦੀ ਵਿਚਾਰ ਹੈ ਤਾਂ ਇਹ ਸਾਧ ਸੰਗਤ ਪੰਡਤ ਦਾ ਲੜਕਾ ਸੀ, ਹੈ ਤਾਂ ਇਹ ਬ੍ਰਾਹਮਣਾਂ ਦਾ ਲੜਕਾ ਸੀ। ਕਿਸੇ ਵਿਦਵਾਨ ਮਹਾਂਪੁਰਸ਼ ਕੋਲੇ ਪੜ੍ਹ ਨਹੀਂ ਪਾਇਆ। ਇਹਦਾ ਪਿਤਾ ਖੁਦ ਰਾਜ ਪੰਡਤ ਸੀ। ਰਾਜ ਪੰਡਤ ਕੌਣ? ਰਾਜੇ ਦੇ ਦਰਬਾਰ ਵਿੱਚ ਕਥਾ ਕਰਨ ਵਾਲਾ। ਰਾਜੇ ਦੇ ਦਰਬਾਰ ਦੇ ਵਿੱਚ ਕਥਾ ਸੁਣਾਉਣ ਵਾਲਾ ਰਾਜ ਪੰਡਤ ਸੀ। ਅਜਾਮਲ ਛੋਟਾ ਹੁੰਦਾ ਹੀ 5-7 ਸਾਲ ਦੀ ਉਮਰ ਦੇ ਵਿੱਚ ਕਿਸੇ ਸਾਧ ਸੰਤ ਮਹਾਂਪੁਰਸ਼ ਵਿਦਵਾਨ ਮਹਾਂਪੁਰਸ਼ਾਂ ਕੋਲੇ ਪੜ੍ਹ ਨਹੀਂ ਪਾਇਆ। ਪਿਛਲੇ ਸਮਿਆਂ ਦੇ ਅੰਦਰ ਸਕੂਲ ਸਕਾਲ ਨਹੀਂ ਸੀ ਹੁੰਦੇ। ਸਾਧ ਸੰਗਤ ਮਹਾਂਪੁਰਸ਼ ਹੀ ਬੱਚਿਆਂ ਨੂੰ ਸਾਧ ਸੰਗਤ ਪੜ੍ਹਾਇਆ ਕਰਦੇ ਸਨ ਤੇ ਵਿਦਿਆ ਵੀ ਸਾਧ ਸੰਗਤ ਅੱਜ ਕੱਲ੍ਹ ਦੀ ਤਰ੍ਹਾਂ ਦੀ ਨਹੀਂ ਸੀ ਹੁੰਦੀ, ਰੱਬ ਤੋਂ ਬੇਮੁਖ ਕਰਨ ਵਾਲੀ। ਇਹੋ ਜਿਹੀ ਵਿਦਿਆ ਨਹੀਂ ਸੀ ਹੁੰਦੀ। ਅੱਜ ਕੱਲ੍ਹ ਤਾਂ ਨਾ ਰੱਬ ਦਾ ਤਾਂ ਨਾਂ ਹੀ ਨਹੀਂ ਹੈ, ਵਿਦਿਆ ਦੇ ਵਿੱਚ ਰਿਹਾ ਹੀ ਨਹੀਂ। ਕਹਿ ਦਿੰਦੇ ਜੀ ਵਿਦਿਆ ਵਿਚਾਰੀ ਪਰ ਉਪਕਾਰੀ। ਵਿਦਿਆ ਤੀਸਰਾ ਨੇਤਰ ਹੈ, ਨਾ ਤਾਂ ਕੋਈ ਪਰ ਉਪਕਾਰ ਕਰਦਾ ਤੇ ਨਾ ਸਾਧ ਸੰਗਤ ਅੱਖਾਂ ਤੀਜਾ ਨੇਤਰ ਤਾਂ ਕੀ ਖੋਲ੍ਹਣਾ, ਸਗੋਂ ਪਹਿਲੀਆਂ ਵੀ ਸਾਧ ਸੰਗਤ ਬੰਦ ਹੋ ਜਾਂਦੀਆਂ ਨੇ। ਦੇਖ ਲਿਓ, ਪਹਿਲੀਆਂ ਵੀ ਬੰਦ ਹੋ ਜਾਂਦੀਆਂ ਨੇ। ਤੀਜਾ ਨੇਤਰ ਗਿਆਨ ਚਕਸ਼ੂ ਉਹ ਕਿੱਥੇ ਖੋਲ੍ਹਣਾ। ਸਗੋਂ ਰੱਬ ਨੂੰ ਮੰਨਣ ਤੋਂ ਇਨਕਾਰ ਕਰ ਦਿੰਦਾ, ਕਹਿੰਦਾ ਵਾਹਿਗੁਰੂ ਤਾਂ ਕੋਈ ਹੈ ਹੀ ਨਹੀਂ। ਕਮਾਲ ਦੀ ਗੱਲ ਹੈ। ਆਓ ਇਹੋ ਜਿਹੀ ਵਿਦਿਆ ਦੇ ਬਾਰੇ ਗੁਰੂ ਨਾਨਕ ਨੇ ਆਖਿਆ, ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀਏ ਸਾਥ। ਵਿਦਿਆ ਮਾੜੀ ਨਹੀਂ, ਸੋਝੀ ਆ ਜਾਂਦੀ ਹੈ, ਜੀਵਨ ਦੀ ਸੋਝੀ ਪੈਂਦੀ ਹੈ, ਸੰਸਾਰ ਦੀ ਦੁਨੀਆ ਦੀ ਸੋਝੀ ਪੈ ਜਾਂਦੀ ਹੈ। ਦੁਨਿਆਵੀ ਵਿਦਿਆ ਪੜ੍ਹ ਕੇ ਦੁਨੀਆ ਦੀ ਸੋਝੀ ਪੈਂਦੀ ਹੈ। ਪਰਮਾਰਥ ਦੀ ਵਿਦਿਆ ਪੜ੍ਹ ਕੇ ਵਾਹਿਗੁਰੂ ਦੇ ਘਰ ਦੀ ਸੋਝੀ ਪੈਂਦੀ ਹੈ। ਇਹ ਗੁਰਬਾਣੀਆਂ ਹੀ ਹੈ, ਪਰਮਾਰਥ ਦੀ ਵਿਦਿਆ, ਅਧਿਆਤਮ ਵਿਦਿਆ। ਸੋ ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀਏ ਸਾਥ। ਪੜ੍ਹ ਪੜ੍ਹ ਬੇੜੀ ਪਾਈਏ, ਪੜ੍ਹ ਪੜ੍ਹ ਗੱਡੀਏ ਖਾਦ। ਪੜ੍ਹੀਏ ਜੇਤੇ ਵਰਸ ਪਰਸ, ਪੜ੍ਹੀਏ ਜੇਤੇ ਮਾਸ, ਪੜ੍ਹੀਏ ਜੇਤੀ ਆਰਜ, ਪੜ੍ਹੀਏ ਜੇਤੇ ਸਾਸ। ਨਾਨਕ ਲੇਖੇ ਇੱਕ ਗੱਲ ਹੋਰ ਹਉਮੈ ਝਖਣਾ ਚਾਰ। ਸੁਰਹੁ ਵਿਚਾਰ। ਸਾਧ ਸੰਗਤ ਜੇਕਰ ਵਿਦਿਆ ਪੜ੍ਹ ਲਈਏ, ਭਾਵੇਂ ਅਧਿਆਤਮ ਵੀ ਹੋਵੇ, ਜੇਕਰ ਕਮਾਈਏ ਨਾ ਤਲਵਾਰ ਹੁੰਦੀ ਹੈ। ਤਲਵਾਰ ਬੜੀ ਤਿੱਖੀ ਹੁੰਦੀ ਹੈ। ਤਲਵਾਰ ਬੜੀ ਤਿੱਖੀ ਹੁੰਦੀ ਹੈ। ਤਲਵਾਰ ਕਾਹਦੇ ਵਾਸਤੇ ਹੁੰਦੀ ਹੈ? ਦੁਸ਼ਮਣ ਤੋਂ ਬਚਾਅ ਕਰਦੀ ਹੈ, ਵੈਰੀ ਤੋਂ ਬਚਾਅ ਕਰਦੀ ਹੈ, ਬਚਾ ਲੈਂਦੀ। ਜੀਵਨ ਬਚਾਉਂਦੀ ਹੈ। ਪਰੰਤੂ ਜੇ ਸਾਧ ਸੰਗਤ ਚਲਾਉਣ ਵਾਲਾ ਮਾਹਰ ਨਾ ਹੋਵੇ, ਚਲਾਉਣ ਵਾਲੇ ਨੂੰ ਪਤਾ ਨਾ ਹੋਵੇ, ਗੱਤਕਾ ਵਿਦਿਆ ਤਾਂ ਜਾਣੂ ਨਾ ਹੋਵੇ, ਤਾਂ ਖੁਦ ਆਪਣੀਆਂ ਲੱਤਾਂ ਹੀ ਵੱਢ ਸਕਦਾ। ਖੁਦ ਆਪਣੀਆਂ ਲੱਤਾਂ ਹੀ ਵੱਢ ਲੈਂਦਾ। ਵਿਦਿਆ ਤਲਵਾਰ ਹੈ। ਵਿਦਿਆ ਤਲਵਾਰ ਹੈ। ਜੇ ਤਾਂ ਪੜ੍ਹ ਕੇ ਸੋਝੀ ਪੈ ਗਈ ਵਾਹਿਗੁਰੂ ਦੀ, ਫਿਰ ਤਾਂ ਸਾਧ ਸੰਗਤ ਇਹ ਤਲਵਾਰ ਦੇ ਨਾਲ ਕਾਮ ਕ੍ਰੋਧ ਲੋਭ ਹੰਕਾਰ ਰੂਪੀ ਦੁਸ਼ਮਣ ਕੱਟ ਲੈਂਦਾ, ਵੱਢ ਦਿੰਦਾ। ਜੇ ਨਹੀਂ ਸੋਝੀ ਪਈ
ਤਾਂ ਖੁਦ ਸਾਧ ਆਪਣੀਆਂ ਲੱਤਾਂ ਹੀ ਵੱਢ ਲੈਂਦਾ, ਹੰਕਾਰੀ ਬਣ ਜਾਂਦਾ। ਮੈਂ ਤਾਂ ਬਹੁਤ ਪੜ੍ਹ ਗਿਆ, ਮੈਂ ਤਾਂ ਬਹੁਤ ਹੰਕਾਰ ਕਰ ਲੈਂਦਾ। ਸੋ ਸਾਧ ਸੰਗਤ ਅਜਾਮਲ ਦੇ ਨਾਲ ਕੀ ਬੀਤਿਆ, ਵਾਹਿਗੁਰੂ ਸਮਰੱਥ ਹੈ, ਜੋ ਚਾਹੇ ਸੋ ਕਰ ਸਕਦਾ। ਭੇਖਾਰੀ ਤੇ ਰਾਜ ਕਰਾਵੈ, ਰਾਜਾ ਤੇ ਭੇਖਾਰੀ, ਖਲ ਮੂਰਖ ਤੇ ਪੰਡਤ ਕਰਵੋ। ਖਲ ਮੂਰਖ ਤੇ ਮੂਰਖ ਤੋਂ, ਖਲ ਮੂਰਖ ਤੇ ਪੰਡਤ ਕਰਵੋ। ਪੰਡਤ ਵਿਦਵਾਨ, ਵਾਹਿਗੁਰੂ ਨੂੰ ਬਣਾਉਣਾ ਕੋਈ ਔਖਾ ਨਹੀਂ। ਪੰਡਤ ਤੇ ਮੁਗਧਾਰੀ, ਤੇ ਪੰਡਤ ਤੋਂ ਵਿਦਵਾਨ ਤੋਂ ਮੁਗਧਾਰੀ ਮੂਰਖ ਬਣਾਉਣਾ, ਜੇ ਹੰਕਾਰ ਕਰੇ ਤਾਂ ਵਾਹਿਗੁਰੂ ਵਾਸਤੇ ਕੋਈ ਔਖਾ ਨਹੀਂ। ਬੋਲੋ ਸਤਿਨਾਮ। ਇਤਿਹਾਸ ਗਵਾਹ ਛੱਜੂ ਝੀਰ ਤੋਂ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੇ ਸ੍ਰੀ ਪੰਜੋਖਰਾ ਸਾਹਿਬ ਗੀਤਾ ਦੇ ਅਰਥ ਕਰਵਾਏ। ਗੀਤਾ ਦੇ ਅਰਥ ਕਰਵਾਏ। ਸਾਧ ਸੰਗਤ ਖਲ ਮੂਰਖ ਤੇ ਪੰਡਤ ਕਰਵੋ। ਪੰਡਤ ਤੇ ਮੁਗਧਾਰੀ, ਭਿਖਾਰੀਆਂ ਤੋਂ ਰਾਜੇ ਬਣਾਉਣਾ, ਰਾਜਿਆਂ ਤੇ ਭਿਖਾਰੀ ਬਣਾਉਣਾ, ਇਹ ਤਾਂ ਵਾਹਿਗੁਰੂ ਜਾਣੇ ਕਿਸੇ ਦੇ ਜੀਵਨ ਦੇ ਵਿੱਚ ਕੀ ਹੈ, ਕੀ ਲਿਖਿਆ, ਕੀ ਬਣਨਾ। ਵਾਹਿਗੁਰੂ ਅੱਗੇ ਸਦਾ ਹੀ ਅਰਦਾਸ ਕਰਨੀ ਬਣਦੀ ਹੈ। ਹੰਕਾਰ ਨਹੀਂ, ਮਾਣ ਨਹੀਂ, ਉੱਚੀਆਂ ਪਦਵੀਆਂ ਤੇ ਵੀ ਜਾ ਕੇ ਇਹੀ ਕਹਿਣਾ ਪੈਂਦਾ, ਵਾਹਿਗੁਰੂ ਤੂੰ ਹੀ ਹੈ, ਸੱਚੇ ਪਾਤਸ਼ਾਹ ਮਿਹਰ ਰੱਖੀ, ਕਿਰਪਾ ਰੱਖੀ, ਆਪਣੇ ਘਰ ਦੇ ਗੋਲੇ ਬਣਾ ਕੇ ਰੱਖੀ। ਬੋਲੋ ਸਤਿਨਾਮ। ਅਸੀਂ ਭੁੱਲ ਜਾਂਦੇ ਹਾਂ, ਥੋੜੀ ਜਿਹੀ ਚਾਰ ਪੈਸੇ ਹੋ ਜਾਣ, ਚਾਰ ਅੱਖਰ ਪੜ੍ਹ ਜੀ, ਅਸੀਂ ਭੁੱਲ ਜਾਂਦੇ ਹਾਂ। ਵਾਹਿਗੁਰੂ ਥੋੜੀ ਜਿਹੀ ਵਡਿਆਈ ਦੇ ਦੇਵੇ, ਅਸੀਂ ਭੁੱਲ ਜਾਂਦੇ ਹਾਂ। ਨਹੀਂ, ਜੇ ਅਰਦਾਸ ਕਰੀਏ, ਵਾਹਿਗੁਰੂ ਤਾਂ ਜਾ ਕੋ ਆਪ ਖੁਆਏ ਕਰਤਾ ਫੁਸਲੇ ਚੰਗਿਆਈ। ਰੱਬ ਨਾ ਡਾਂਗੀ ਮਾਰਦਾ, ਮਤ ਅਵਲੜੀ ਤੇ ਇਹੋ ਜਿਹਾ ਵੀ ਹੋ ਜਾਂਦਾ। ਰੱਖੀਆਂ ਆਪਣੇ ਬਣਾ ਕੇ ਗੋਲੇ, ਤੇਰੇ ਅੱਗੇ ਬੇਨਤੀ ਕਰਾਂ। ਆਪਣੇ ਬਣਾ ਕੇ ਗੋਲੇ, ਹੱਥ ਜੋੜ ਬੇਨਤੀ ਕਰਾਂ। दस वास्तुले पाछा पावे, एक वस्त कारण कोट गुआवे, एक पी न दे। 10 भी हिर ले तो मूड़ा कहो कहा करे, जिस ठाकर से नाही चारा, ताको कीजै सद नमस्कार। सदा ही नमस्कार करनी, सदा ही मत्था टेकना। उस वाहिगुरु अगे
ਸਦਾ ਹੀ ਚਰਨ ਧੂੜ ਹੋਏ ਰਹਿਣਾ ਹੀ ਸਾਧ ਸਤਿਗੁਰ ਮਤ ਹੈ। ਆਓ ਤੁਸੀਂ ਸੁਣਦੇ ਸੀ ਅਜਾਮਲ ਨੂੰ ਪੜ੍ਹਨੇ ਪਾਤਾ, ਪੜ੍ਹਦਾ ਗਿਆ ਛੋਟੀ ਉਮਰ ਦੇ ਵਿੱਚ ਹੀ ਇਹ ਵੱਡਾ ਭਾਰਾ ਵਿਦਵਾਨ ਬਣ ਗਿਆ। ਇੱਕ ਤਾਂ ਹੁੰਦੀ ਹੈ ਸਾਧ ਸੰਗਤ ਵਿਦਿਆ ਪੜ੍ਹੇ, ਇੱਕ ਅਨੁਭਵੀ ਵਿਦਿਆ ਹੁੰਦੀ ਹੈ। ਵਾਹਿਗੁਰੂ ਦੀ ਕਿਰਪਾ ਦੇ ਨਾਲ ਨਾਮ ਜਪਣ ਵਾਲਿਆਂ ਦਾ ਅਨੁਭਵ ਖੁੱਲ੍ਹਦਾ। ਬੋਲੋ ਸਤਿਨਾਮ। ਉਹਨੂੰ ਅਨੁਭਵੀ ਵਿਦਿਆ ਕਹਿੰਦੇ ਨੇ। ਅਨੁਭਵ ਖੁੱਲ੍ਹਦਾ। ਬਾਹਰ ਦੀ ਵਿਦਿਆ ਜਿਵੇਂ ਸਾਧ ਸੰਗਤ ਬਾਹਰੋਂ ਪਾਣੀ ਪਾਉਣਾ, ਜਦੋਂ ਆਪਾਂ ਨਲਕਾ ਲਾਉਂਦੇ ਹਾਂ ਫਿਰ ਅੰਦਰੋਂ ਪਾਣੀ ਨਿਕਲ ਆਉਣਾ, ਗਿਆਨ ਹਿਰਦੇ ਦੇ ਵਿੱਚ ਪੈਦਾ ਹੋ ਜਾਣਾ, ਨਾਮ ਦੁਆਰਾ ਅਨੁਭਵ ਖੁੱਲ੍ਹ ਜਾਂਦਾ। ਅਨੁਭਵ ਪ੍ਰਕਾਸ਼ ਬਹੁਤ। ਸਾਧ ਸੰਗਤ ਸੋ ਪੜ੍ਹ ਗਿਆ, ਬੜਾ ਭਾਰਾ ਵਿਦਵਾਨ ਬਣ ਗਿਆ। ਹੁਣ ਵਿਦਿਆ ਨੂੰ ਕਮਾਈਏ ਨਾ। ਸਾਧ ਸੰਗਤ ਕੀ ਕਹਿਣ ਦੀ ਗੱਲ, ਵੱਡਾ ਵਿਦਵਾਨ ਤਾਂ ਬਣ ਗਿਆ, ਕਿਸ਼ੋਰ ਅਵਸਥਾ ਹੋ ਗਈ, 16-17 ਸਾਲ ਦੀ ਉਮਰ ਹੋ ਗਈ। ਜਿਹੜਾ ਇਹਦਾ ਗੁਰੂ ਸੀ ਬਣਾਇਆ ਹੋਇਆ ਵਿਦਿਆ ਗੁਰੂ, ਉਹਨੇ ਸਾਧ ਸੰਗਤ ਇਹਨੂੰ ਕਈ ਗੱਲਾਂ ਦੱਸੀਆਂ। ਆਲੇ ਦੁਆਲੇ ਨਹੀਂ ਭਾਈ ਦੇਖਣਾ ਕਿਸੇ ਨੇ, ਜਿਹੜੇ ਕੰਮ ਵਾਸਤੇ ਇੱਥੇ ਪਹੁੰਚੇ, ਨਹੀਂ ਤਾਂ ਫਿਰ ਆਪਣੀ ਹਾਜ਼ਰੀ ਮਹਾਰਾਜ ਦੇ ਚਰਨਾਂ ਦੇ ਵਿੱਚ ਨਹੀਂ ਲੱਗੇਗੀ। ਜੇ ਸਾਡਾ ਬੈਠੇ ਅਸੀਂ ਸਰੀਰ ਕਰਕੇ ਇੱਥੇ ਹੋਈਏ, ਧਿਆਨ ਸਾਡਾ ਕਿਤੇ ਤੇ ਕਿਤੇ ਹੋਇਆ। ਸਾਧ ਸੰਗਤ ਆਓ ਧਿਆਨ ਦਵੋ। ਸਾਧ ਸੰਗਤ ਨੌਜਵਾਨ ਅਵਸਥਾ ਅਜਾਮਲ ਦੀ ਹੋ ਗਈ, ਵਿਦਵਾਨ ਹੋ ਗਿਆ, ਕਥਾ ਕਰਨ ਲੱਗ ਪਿਆ। ਸਾਧ ਸੰਗਤ ਹੁਣ ਗੁਰੂ ਬਚਾਉਂਦਾ ਸਿੱਖ ਨੂੰ। ਪੂਰਨ ਮਹਾਂਪੁਰਸ਼ ਸਨ, ਉਹਨਾਂ ਨੇ ਕੀ ਕੀਤਾ, ਅਜਾਮਲ ਨੂੰ ਆਖਿਆ ਸੀ, ਅਜਾਮਲ ਦੇਖ, ਜਦੋਂ ਵੀ ਸਾਡੇ ਕੋਲ ਆਉਣਾ ਘਰੋਂ, ਸਾਡੇ ਵਚਨ ਯਾਦ ਰੱਖੀ। ਇਹ ਤਾਂ ਧਿਆਨ ਦੇ ਕੇ ਪੜ੍ਹਨਾ, ਧਿਆਨ ਦੇ ਕੇ ਸੁਣਨਾ, ਧਿਆਨ ਦੇ ਕੇ ਸੁਣਨਾ, ਧਿਆਨ ਦੇ ਕੇ ਪੜ੍ਹਨਾ। ਆਲੇ ਦੁਆਲੇ ਧਿਆਨ ਨਹੀਂ ਦੇਣਾ, ਸ਼ਹਿਰ ਦੇ ਵਿੱਚ ਨਹੀਂ ਵੜਨਾ, ਸ਼ਹਿਰ ਤੋਂ ਬਾਹਰ ਆਉਣਾ, ਭਾਵੇਂ ਗੇੜ ਕਿਉਂ ਨਾ ਪੈ ਜੇ, ਸ਼ਹਿਰ ਦੇ ਵਿੱਚ ਤਾਂ ਵੜ ਕੇ ਸ਼ਹਿਰ ਦੇ ਵਿੱਚੋਂ ਨਹੀਂ ਆਉਣਾ। ਅਜਾਮਲ ਸਤ ਵਚਨ ਮੰਨਦਾ ਰਿਹਾ। ਹੁਣ ਨੌਜਵਾਨ ਉਮਰ ਹੋ ਗਈ, ਬਿਰਤੀ ਥੋੜ੍ਹੀ ਜਿਹੀ ਚੰਚਲ ਹੋ ਗਈ। ਬੋਲੋ ਸਤਿਨਾਮ। ਨੌਜਵਾਨ ਉਮਰ ਦੇ ਵਿੱਚ ਜਦੋਂ ਸਾਧ ਸੰਗਤ ਮੁੱਛ ਫੁੱਟਦੀ ਆ, ਵਿਰਲੇ ਹੁੰਦੇ ਨੇ ਸਾਧ ਸੰਗਤ ਜਿਹੜੇ ਇਸ ਅਵਸਥਾ ਨੂੰ ਸੰਭਾਲ ਲੈਣ, ਵਾਹਿਗੁਰੂ ਦੇ ਚਰਨੀ ਲੱਗੇ ਰਹਿਣ। ਨਹੀਂ ਤਾਂ ਸਾਧ ਸੰਗਤ ਕਈ ਵਿਕਾਰਾਂ ਦੇ ਵਿੱਚ ਪੈ ਕੇ ਆਪਣਾ ਜੀਵਨ ਬਰਬਾਦ ਕਰ ਲੈਂਦੇ ਨੇ। ਪਤਾ ਉਦੋਂ ਲੱਗਦਾ ਜਦੋਂ ਜੀਵਨ ਸਾਧ ਸੰਗਤ ਗੁਜ਼ਰ ਚੁੱਕਾ ਹੁੰਦਾ। ਕਈਆਂ ਦੀ ਤਾਂ ਫਿਰ ਸਾਰੀ ਜ਼ਿੰਦਗੀ ਸਾਧ ਸੰਗਤ ਸੋਝੀ ਹੋਣੀ ਪੈਂਦੀ। ਸੋ ਇਹੋ ਜਿਹੀ ਉਮਰ ਹੈ, ਭਾਵੇਂ ਭਜਨ ਕਰ ਲਵੇ, ਭਾਵੇਂ ਸ਼ਰਾਬਾਂ ਪੀ ਲੈ। ਇਹੋ ਜਿਹੀ ਉਮਰ ਹੁੰਦੀ ਹੈ, ਭਾਵੇਂ ਕਸੰਗਤ ਕਰ ਲਵੇ ਤੇ ਭਾਵੇਂ ਸਤਸੰਗਤ ਕਰ ਲਵੇ। ਉਹੀ ਉਮਰ ਹੁੰਦੀ ਹੈ, ਭਾਵੇਂ ਨਾਮ ਜਪ ਲਵੇ, ਭਾਵੇਂ ਵਿਕਾਰਾਂ ਚ ਵਿਸ਼ਿਆਂ ਚ ਪੈ ਜਾਏ। ਜਰਾ ਉਪਾਉ ਨਾ ਹੋ ਸਕਾ, ਜਰਾ ਅਵਸਥਾ ਮਾਹੇ, ਭਵ ਸਾਗਰ ਕੇ ਤਰਨ ਕੋ ਤਰਨ ਅਵਸਥਾ ਆਹੇ। ਤਰਨ ਅਵਸਥਾ ਨੌਜਵਾਨ ਉਮਰ ਨੂੰ ਕਹਿੰਦੇ ਨੇ। ਅਸੀਂ ਕਹਿੰਦੇ ਨੌਜਵਾਨ ਨੂੰ ਕਿਸੇ ਨੂੰ ਕਹੋ ਨਾ ਅੰਮ੍ਰਿਤ ਛਕ ਲਓ, ਬਾਣੀ ਪੜ੍ਹਿਆ ਕਰੋ, ਲੈ ਜੀ ਇਹੀ ਤਾਂ ਖਾਣ ਪੀਣ ਦੀ ਉਮਰ ਹੈ। ਕਈ ਤਾਂ ਖੁਦ ਮਾਂ ਪਿਓ ਹੀ ਕਹਿ ਦਿੰਦੇ ਨੇ, ਲੈ ਅਜੇ ਤਾਂ ਜੀ ਬੱਚਾ ਹੈ, ਇਹ ਤਾਂ ਖਾਣ ਪੀਣ ਦੀ ਉਮਰ ਹੈ, ਹੁਣੇ ਅੰਮ੍ਰਿਤ ਛਕਾ ਦਈਏ। ਬੋਲੋ ਸਤਿਨਾਮ। ਖੁਦ ਮਾਂ ਪਿਓ ਸਾਧ ਸੰਗਤ ਖੁਦ ਉਹਦੇ ਪੈਰਾਂ ਤੇ ਕੁਹਾੜਾ ਮਾਰਦੇ ਨੇ। ਜੀਵਨ ਬਰਬਾਦ ਕਰਨ ਵਾਸਤੇ ਖੁਦ ਮਾਂ ਪਿਓ ਦਾ ਹੱਥ ਹੁੰਦਾ ਹੈ। ਜਦੋਂ ਸਾਧ ਸੰਗਤ ਜੀਵਨ ਬਰਬਾਦ ਹੋ ਗਿਆ, ਫਿਰ ਕਿਤੇ ਤੇ ਕਿਤੇ ਜੀ ਸਾਡੇ ਨਿਆਣੇ ਸ਼ਰਾਬਾਂ ਪੀਂਦੇ ਨੇ ਜੀ, ਕਰ ਦਿਓ ਕੋਈ ਕਿਰਪਾ, ਮਾਰ ਦਿਓ ਕੋਈ ਚੁਟਕੀ। ਕਈ ਤਾਂ ਭਾਈ ਸਮਝਾ ਦਿੰਦੇ, ਨਹੀਂ ਜੀ ਕੋਈ ਚੀਜ਼ ਤੁਸੀਂ ਇਹੋ ਜਿਹੀ ਦੇ ਦਿਓ। ਬੋਲੋ ਸਤਿਨਾਮ। ਆਪ ਲਾਉਂਦੇ ਨੇ ਖੁਦ, ਬੱਚੇ ਨੂੰ ਅਸੀਂ ਰੋਕ ਨਹੀਂ ਸਕਦੇ, ਸੰਗਤ ਤੋਂ ਅਸੀਂ ਬਚਾ ਨਹੀਂ ਸਕਦੇ। ਮਾਂ ਪਿਓ ਕਾਹਦੇ ਹੋਏ ਜੇ ਬੱਚਿਆਂ ਨੂੰ ਖੁਦ ਬੱਚਿਆਂ ਦਾ ਜੀਵਨ ਨਹੀਂ ਬਣਾ ਸਕਦੇ। ਜੀਵਨ ਤਾਂ ਬਣਾਉਣ ਜੇ ਆਪਣੇ ਬਣੇ ਹੋਣ, ਆਪਣੇ ਨਹੀਂ ਖੁਦ ਬਣੇ, ਬੱਚਿਆਂ ਦੇ ਕੀ ਜੀਵਨ ਬਣਾਉਣਗੇ। ਫਿਰ ਸਾਧ ਸੰਗਤ ਰੋਂਦੇ ਨੇ ਜਦੋਂ ਸਾਧ ਸੰਗਤ
औलाद नलायक हो जाती है, कहने तो बाहर हो जाती है। पहलों तो सास लाड़ दे विच झमला लेंदे ने, किसी सास संगत माड़े पासे तो रोकना नहीं रोकते। सो खैर सास संगत यही उम्र होंदी है, भजन कर लवे भावें पाप कर लवे। अजा मान लो रोकिया से, हुण नौजवान उम्र चढ़ती उम्र जी है, मन विच तरह तरह के फुरने फुरदे ने, नवां लहू होंदा, तरह तरह के फुरने, तरह तरह के साध संगत इच्छावां, तरह तरह के संकल्प विकल्प। गुरु के साध संगत महाराज जी जिन्हों के सिर पर हथ होंदा, उन्होंने तो कोई गल नहीं, भावें बचपन हो, भावें जवानी हो, भावें बुढ़ापा हो, गल नहीं कोई होती। जिथे सत्संगत है, सत्संगत नाल जुड़िया रहे, बाणी दे नाल जुड़िया रहे। परंतु टुट जाए ना, टुट जाए, नदी का हड़ आंदा, उहदे विच साध संगत नदी के वहाव वाली गल होंदी है। कोई सहारा ना रहा, किधर हथ छुट गया, नदी दे विच बह जाता है। वकारां दी नदी दे विच सचमुच बह जाता, जे बाणी का पल्ला छुट जाए, आसरा छुट जाए। हुण अजा मल नूं कहा तां सीगा बई तू शहर दे विच नहीं बनना, हुण नौजवान उम्र है, तरह तरह के फुरने फुरदे ने, मन बेकाबू हो जाता है। मन बेकाबू, अपने काबू तो बाहर हो के तरह तरह की गल्लां सोचदा, ज्ञान का असर नहीं हुंदा। लै मनु क्यों भन रोकदे ने, मैं मूर्ख ना जाना गुरु मेरा भला करे, मैं मूर्ख ना जाना गुरु मेरा भला करे। मैं मूर्ख ना जाना, मैं मूर्ख ना जाना, मैं मूर्ख ना जाना गुरु मेरा भला करदा, मैं मूर्ख ना जाना गुरु मेरा भला करे। मैं मूर्ख ना जाना, मैं मूर्ख ना, तुम करो भला हम भलो ना जाना। गुरु नूं ज्ञान हुंदा, गुरु नूं कर्मां दा ज्ञान हुंदा, गुरु नूं पूरा ज्ञान हुंदा, अगली पिछली सोझी हुंदी है। जीव अणजाण अज्ञानी नूं पता नहीं हुंदा। साडा फर्ज इहो ही है, जो गुरु कहंदा, गुरु की आग्या दे विच चलना। उन्ना चिर इहदा कुछ नहीं बिगड़दा जिन्ना चिर सासन गुरु के बचनां दे विच रहिंदा। जदों गुरु के बचनां तो बाहर हो जावे, असीं जे बाणी तो बाहर हो जाइए, जीवन रहेगा नहीं, कख नहीं रहेगा, बर्बाद हो जावांगे। बोलो सतनाम। इतिहास पढ़ के देख लो, जिहड़े गुरु के बचनां तो बाहर हो गए, की वापरिया उन्हां दे नाल, कित्थे चले गए ओह। जिन्ना चिर गुरु के बचनां दे विच रहिंदा ना, बचनां नूं कमाउंदा, दुनिया 'च कोई ताकत नहीं है इहो जी। गुरु तो वड्डी कोई शक्ति है, कोई बिगाड़ जावे नहीं। गुरु तो खुद परमेश्वर है। ये फसदा कदों है, मरदा कदों है, जदों गुरु के वचनों तो बाहर हो जाता है। बोलो सतनाम। जदों गुरु महाराज ने आख्या जब ला खालसा रह निहारा, तब लग तेज दूं मैं सारा, जब एह गह विप्रन की रीत, मैं ना करूं इनकी प्रतीत। जदों बचना तो बाहर हो गया, कहते असीं नहीं फिर संभाल करनी जी। सो अजामल सोचन लग्या मैनू क्यों रोकदे ने। हुण 700 नौजवान उम्र है, मन साध संगत चंचल हो जाता, ते शहर दे विच हो लिया। बोलो गुरु के बचना तो बाहर हो गया। जेकर सीता लेक ना टपदी, क्यों रावण ले जाता। ये गुरु की लीक तो बाहर हो जाता है। रहत मर्यादा की है, ये गुरु की लीक है। जे मर्यादा विच रहिंदा सचमुच जिथे जिथे मर्जी चलावे चलिया जावे,
दुनिया के कोने च जिथे मर्जी सिख चलिया जाए, रहत तो बाहर ना हो, मर्यादा रूपी लीक तो बाहर ना हो, ਇਹਦਾ कुछ नहीं बिगड़ सकता। ਜਦੋਂ बाहर हो गया, पंजे ककार केस नितनेम छुट गया, फिर कलयुग के साध संगत ਉਹ ਖੂਹ 'ਚ ਡਿੱਗ ਪੈਂਦਾ ਜਿੱਥੇ ਕੋਈ ਸਾਧ ਸੰਗਤ ਹੱਥ ਨਹੀਂ ਲੱਗਦਾ। ਕਲਯੁਗ ਦਾ ਪ੍ਰਭਾਵ, ਫਿਰ ਸਾਧ ਸੰਗਤ 84 ਲੱਖ ਜੂਨ ਦਾ ਗੇੜਾ ਵੀ ਤਿਆਰ ਹੋ ਜਾਂਦਾ ਇਹਦੇ ਵਾਸਤੇ। ਕਦੋਂ? ਜਦੋਂ ਗੁਰੂ ਕੇ ਬਚਨਾਂ ਤੋਂ ਬਾਹਰ ਹੋ ਜਾਂਦਾ। ਹੁਣ ਅਜਾਮਲ ਨਾਏ ਤਾਂ ਬਚਨਾਂ ਤੋਂ ਬਾਹਰ ਹੋ ਗਿਆ। ਸਾਧ ਸੰਗਤ ਸ਼ਹਿਰ ਦੇ ਵਿੱਚ ਚਲਿਆ ਜਾਂਦਾ ਹੋਇਆ, ਪੜ੍ਹ ਕੇ ਨਾ वेद पढ़ ले, बड़ा भारा विद्वान बन गया, शास्त्र पढ़ ले, सिमरतियां पढ़ लिया। शहर दे विच दी हुण साध संगत देखदा जांदा, आह किहा जा सुंदर शहर, कमाल दी गल है, किन्ने ढोल टमके, किन्नियां दुकानां, कमाल दी गल है, किन्ना मेला लग्या। देखदा जांदा। अजामल नौजवान उम्र है, नौजवान उम्र होवे, चार पैसे कोल होण, जवानी होवे, गुरु कलगीधर पातशाह फरमान कर देन, जे महाराज की किरपा होवे फिर तो रख लवे, तो रख लवे, नहीं तो फिर ठीक ही है। सो अजामल देखदा जांदा है शहर की सुंदरता, बाड़ी दसदी है। ए अखियां कदे नहीं रजियां, अखियां कदे नहीं रजियां, कदे नहीं। अखां भाई गुरदास जी फरमान करते हैं, ना नक रजदा, वास ना लैके, ना अखां रजदियां ने, ना कन सुन सुन के रजदे ने, ना बंदा उम्र भोग भोग के रजदा। बोलो सतनाम। देख लो सारी जिंदगी लंघ जाती है, ना जीव रजदी है, स्वादां दे नाल जीव भी नहीं रजदी। साध संगत देख लो, विचार करके देख लो, जे रज जाणगियां। एक फिल्म मुक गई, एक होर ला दे, नींद आजू, कल नूं फिर एक होर ला दे, सारी जिंदगी लंघ जाती है। रंग तमाशे वेख वेख के बड़े वेखदा दुनिया के रंग तमाशे, अखां कदे जवाब नहीं दिंदियां। हुण सुंदरता शहर की देखदा देखदा चलिया गया शहर दे विच साध संगत बेशवावां दे अड्डे भी सन, बेशवावां दे गरकावां दे। साध संगत जीवन बर्बाद जिथे हो जाता, साध संगत जुआ होया, चोरी होई, ठगी होई, झूठ होया, शराब होई, मास होया, ते साध संगत बेशवावां व्यभिचार
ਇਹ ਸਾਧ ਸੰਗਤ ਬਹੁਤ ਵੱਡੇ ਪਾਪ ਮੰਨੇ ਗਏ। ਹੁਣ ਅਜਾਮਲ ਦੇਖਦਾ ਦੇਖਦਾ ਚਲਿਆ ਗਿਆ। ਸ਼ਹਿਰ ਦੀ ਸੁੰਦਰਤਾ ਦੂਜੇ ਦਿਨ ਨੀਂਦ ਜੀ ਨਾ ਆਈ। ਰਾਤ ਨੂੰ ਨੀਂਦ ਥੋੜੀ ਜਿਹੀ ਘੱਟ ਆਈ ਸੀ। ਜਦੋਂ ਦੂਜੇ ਦਿਨ ਪੜ੍ਹਨ ਵਾਸਤੇ ਆਇਆ, ਮਹਾਂਪੁਰਸ਼ਾਂ ਨੇ ਸਾਧ ਸੰਗਤ ਜਾਣ ਲਿਆ ਕਿ ਇਹ ਸਾਡੇ ਵਚਨ ਤੋਂ ਬਾਹਰ ਹੋਇਆ ਲੱਗਦਾ। ਕਹਿਣ ਲੱਗੇ ਅਜਾਮਲ ਪੁੱਤਰ, ਕਿਉਂਕਿ ਸਾਧ ਗੁਰੂ ਵਾਸਤੇ ਚੇਲਾ ਪੁੱਤਰ ਦੇ ਸਮਾਨ ਹੁੰਦਾ। ਉਹਨੇ ਸਾਧ ਸੰਗਤ ਸੋ ਖੈਰ ਕਹਿਣ ਲੱਗੇ ਅਜਾਮਲ ਪੁੱਤਰ, ਤੂੰ ਇਹ ਤੇਰੀਆਂ ਅੱਖਾਂ ਦੇ ਵਿੱਚ ਲਾਲੀ ਕਿਉਂ ਹੈ? ਕਿਤੇ ਸ਼ਹਿਰ ਵਿੱਚ ਤਾਂ ਨਹੀਂ ਵੜ ਗਿਆ? ਹੁਣ ਸਾਧ ਸੰਗਤ ਕਹਿਣ ਲੱਗੇ ਨਹੀਂ ਜੀ, ਬਿਲਕੁਲ ਵੀ ਨਹੀਂ, ਮੈਂ ਤਾਂ ਨਹੀਂ ਸ਼ਹਿਰ 'ਚ ਵੜਿਆ। ਇੱਕ ਪਾਪ ਹੋ ਜਾਏ ਨਾ, ਉਹਨੂੰ ਛੁਪਾਉਣ ਵਾਸਤੇ ਫਿਰ ਅਨੇਕਾਂ ਹੋਰ ਕਰਨੇ ਪੈਂਦੇ ਨੇ। ਹੁਣ ਪਹਿਲਾਂ ਤਾਂ ਗੁਰੂ ਕੇ ਬਚਨ ਤੋਂ ਬਾਹਰ ਹੋ ਗਿਆ, ਹੁਣ ਦੂਜਾ ਗੁਰੂ ਅੱਗੇ ਝੂਠ ਬੋਲਦਾ। ਬੋਲੋ ਸਤਿਨਾਮ। ਜਿਹੜਾ ਗੁਰੂ ਅੱਗੇ ਝੂਠ ਬੋਲ ਦੇਵੇ, ਸਤਿਪੁਰਸ਼ਾਂ ਅੱਗੇ ਝੂਠ ਬੋਲੇ, ਉਹਨੂੰ ਟਿਕਾਣਾ ਕਿਤੇ ਨਹੀਂ ਮਿਲਦਾ। ਉਹਨੇ ਫਿਰ ਸਾਧ ਸੰਗਤ ਟਿਕਾਣਾ ਕਿੱਥੇ ਮਿਲੂ? ਟਿਕਾਣੇ ਵਾਲੀ ਜਗ੍ਹਾ ਤੋਂ ਉਹਨੇ ਝੂਠ ਬੋਲਤਾ, ਹੋਰ ਟਿਕਾਣਾ ਕਿੱਥੇ ਮਿਲੂਗਾ? ਹੁਣ ਪਹਿਲਾਂ ਤਾਂ ਪਾਪ ਇਹ ਹੋ ਗਿਆ, ਹੁਣ ਇੱਕ ਪਾਪ ਗੁਰੂ ਕੇ ਬਚਨਾਂ ਤੋਂ ਬਾਹਰ ਹੋ ਗਿਆ, ਫਿਰ ਪਾਪਾਂ ਦਾ ਦਰਵਾਜ਼ਾ ਹੀ ਖੁੱਲ ਜਾਂਦਾ। ਝੂਠ ਬੋਲਤਾ, ਉਹ ਚੁੱਪ ਕਰ ਰਹੇ। ਦੂਜੇ ਦਿਨ ਫੇਰ ਸ਼ਹਿਰ ਵਿੱਚ ਦੀ ਗਿਆ। ਦੇਖਦਾ ਜਾਂਦਾ, ਤੁਰਿਆ ਜਾਂਦਾ। ਬੇਸ਼ਵਾਵਾਂ ਦੇ ਸਾਧ ਸੰਗਤ ਬਾਜ਼ਾਰ ਵੀ ਰਸਤੇ ਦੇ ਵਿੱਚ ਲੰਘਿਆ ਜਾਂਦਾ। ਉੱਥੇ ਬੜੀਆਂ ਸਾਧ ਨੌਜਵਾਨ ਬੇਸ਼ਵਾਵਾਂ ਬੜੇ ਆਪਣੇ ਸਰੀਰਾਂ ਨੂੰ ਹਾਰ ਸ਼ਿੰਗਾਰ ਕੇ ਸਾਧ ਸੰਗਤ ਬੈਠੀਆਂ ਨੇ। ਅਜਾਮਲ ਤੁਰਿਆ ਜਾਂਦਾ। ਸਾਧ ਸੰਗਤ ਇੱਕ ਵੇਸ਼ਵਾ ਨੂੰ ਦੇਖ ਕੇ, ਉਹਦਾ ਨਾਂ ਸੀ ਕਲਾਵਤਨੀ, ਦੇਖ ਕੇ ਪਤਤ ਅਜਾਮਲ ਪਾਪ ਕਰ ਜਾਏ ਕਲਾਵਤਨੀ ਦੇ ਰਹਿਆ। ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ, ਗੁਰ ਤੇ ਬੇਮੁਖ ਹੋਏ ਕੈ, ਗੁਰ ਤੇ ਬੇਮੁਖ ਹੋਏ ਕੈ ਪਾਪ ਕਰੇ, ਪਾਪ ਕਰਾਵਾ ਦੁਰਮਤ ਦਹਿਆ। ਖੋਟੀ ਮਤ, ਦੁਰਮਤ ਖੋਟੀ ਮਤ ਚ ਪੈ ਗਿਆ। ਸਾਧ ਸੰਗਤ ਉਸ ਬੇਸਵਾਵਾ ਤੇ ਸਾਧ ਸੰਗਤ ਬੇਸ਼ਵਾ ਦੇ ਰੂਪ ਤੇ ਇਹ ਲੁਭਾਇਮਾਨ ਹੋ ਗਿਆ। ਨੀਂਦ ਨਾ ਆਈ। ਦੂਜੇ ਦਿਨ ਜਦੋਂ ਆਇਆ ਨਾ, ਗੁਰੂ ਨੇ ਸੋਚਿਆ ਵੀ ਅੱਜ ਤੇਰਾ ਧਿਆਨ ਨਹੀਂ ਪੜ੍ਹਨ ਦੇ ਵਿੱਚ ਲੱਗਦਾ, ਕੀ ਗੱਲ ਹੈ ਅਜਾਮਲ? ਜਿਵੇਂ ਅੱਗੇ ਤੂੰ ਪੂਰੇ ਧਿਆਨ ਦੇ ਨਾਲ ਪੜ੍ਹਦਾ ਸੀ, ਅੱਜ ਧਿਆਨ ਨਾਲ ਨਹੀਂ ਪੜ੍ਹਦਾ, ਕੀ ਗੱਲ ਹੈ? ਕਹਿੰਦੇ ਜੀ ਕੋਈ ਗੱਲ ਨਹੀਂ। ਕਹਿੰਦੇ ਸ਼ਹਿਰ 'ਚ ਤਾਂ ਨਹੀਂ ਵੜ ਗਿਆ? ਕਹਿੰਦਾ ਨਹੀਂ ਜੀ, ਬਿਲਕੁਲ ਵੀ ਨਹੀਂ, ਮੈਂ ਸ਼ਹਿਰ 'ਚ ਕਾਹਨੂੰ ਪੜ੍ਹਿਆ? ਹੁਣ ਸਾਧ ਸੰਗਤ ਗੁਰੂ ਦੇ ਵਚਨ ਤੋਂ ਬਾਹਰ ਹੋਏ, ਨਾਲੇ ਝੂਠ ਬੋਲਿਆ। ਹੁਣ ਸਾਧ ਸੰਗਤ ਅਜਾਮਲ ਉਹਨਾਂ ਨੇ ਸੋਚ ਲਿਆ ਵੀ ਗੱਲ ਤਾਂ ਕੋਈ ਹੈ। ਸਾਧ ਸੰਗਤ ਕੀ ਹੋਇਆ? ਪੜ੍ਹਨ ਦੇ ਵਿੱਚ ਧਿਆਨ ਨਹੀਂ ਲੱਗਦਾ। ਤੀਜੇ ਦਿਨ ਫੇਰ ਸ਼ਹਿਰ, ਚੌਥੇ ਦਿਨ ਫੇਰ ਸ਼ਹਿਰ 'ਚ ਜਾਂਦਾ ਜਾਂਦਾ ਸਾਧ ਉਹ ਬੇਸਵਾ ਦੇ ਇਹੋ ਜਿਹੇ ਚੁੰਗਲ 'ਚ ਫਸਿਆ ਨਾ, ਇਹ ਬਸ ਉੱਥੇ ਜੋਗਾ ਹੀ ਰਹਿ ਗਿਆ। ਬੋਲੋ ਸਤਿਨਾਮ। ਬੇਸ਼ਵਾ ਦੇ ਕੋਲੇ ਜਾਣਾ ਸ਼ੁਰੂ ਕਰ ਦਿੱਤਾ, ਵਕਾਰਾਂ 'ਚ ਪ੍ਰਵਿਰਤ ਹੋ ਗਿਆ। ਤੇ ਸਾਧ ਸੰਗਤ ਹੁਣ ਗੁਰੂ ਕੋਲੇ ਜਾਣਾ, ਕਦੇ ਸਾਧ ਸੰਗਤ ਘੰਟਾ ਪਿੱਛੇ ਤੋਂ ਜਾਂਦਾ, ਕਦੇ 2 ਘੰਟੇ ਪਿੱਛੇ ਤੋਂ ਜਾਂਦਾ, ਕਦੇ ਜਾਂਦਾ ਹੀ ਨਹੀਂ, ਉੱਥੇ ਹੀ ਮੁੜ ਜਾਂਦਾ। ਮਹਾਂਪੁਰਸ਼ ਕਹਿਣ ਲੱਗੇ ਅਜਾਮਲ ਕੀ ਗੱਲ, ਲੇਟ ਕਿਉਂ ਆਉਣਾ? ਹੁਣ 100 ਬਹਾਨੇ ਲਾ ਦਿੰਦਾ ਹੈ। ਜਿਹੜਾ ਇੱਕ ਵਾਰ ਝੂਠ ਬੋਲ ਸਕਦਾ, ਫਿਰ ਸਾਧ ਸੰਗਤ ਤੋਂ ਹਜ਼ਾਰਾਂ ਵਾਰ ਝੂਠ ਬੋਲਣਾ ਹੋ ਜਾਂਦਾ। ਫਿਰ ਉਹ ਇੱਕ ਝੂਠ ਨੂੰ ਛੁਪਾਉਣ ਵਾਸਤੇ 100 ਝੂਠ ਹੋਰ ਬੋਲਣਾ ਪੈਂਦਾ। ਉਹਨਾਂ ਨੇ ਸੋਚ ਲਿਆ ਬਈ ਇਹ ਤਾਂ ਪਿੱਛੇ ਪਿੱਛੇ ਮਹਾਂਪੁਰਸ਼ਾਂ ਨੇ ਜਾ ਕੇ ਆਪਣੀ ਅੱਖੀਂ ਦੇਖ ਲਿਆ, ਬੇਸ਼ਵਾ ਦੇ ਸਾਧ ਸੰਤ ਘਰ ਵੜਦਾ। ਅਜਾਮਲ ਦੇ ਪਿਤਾ ਨੂੰ ਬੁਲਾਇਆ, ਜੋ ਰਾਜ ਪੰਡਤ ਸੀ। ਕਹਿਣ ਲੱਗੇ ਵੀ ਐਂ ਕਰ, ਅਜਾਮਲ ਦਾ ਵਿਆਹ ਕਰ ਦੇ।
ਅਜਾਮਲ ਦਾ ਵਿਆਹ ਕਰ ਦੇ ਤੇ ਕਿਉਂਕਿ ਇਹਦੀ ਲਾਈਨ ਵਿਗੜ ਗਈ ਹੈ, ਇਹ ਵੇਚਵਾਦੇ ਜਾਂਦਾ, ਝੂਠ ਬੋਲਦਾ ਤੇ ਸਾਧ ਸੰਗਤ ਅਜਾਮਲ ਦਾ ਵਿਆਹ ਕਰਤਾ। ਅਜਾਮਲ ਦਾ ਕਿਸੇ ਸ੍ਰੇਸ਼ਟ ਘਰਾਣੇ ਦੀ ਲੜਕੀ ਦੇ ਨਾਲ ਅਜਾਮਲ ਦਾ ਵਿਆਹ ਕਰ ਦਿੱਤਾ, ਪਰੰਤੂ ਇਹਦੇ ਮਨ ਦੇ ਵਿੱਚੋਂ ਵੇਸ਼ਵਾ ਨਾ ਨਿਕਲੀ। ਉਹਨੇ ਸਾਧ ਸੰਗਤ ਵਿਚਾਰਵਾਨ ਸੀਗੀ, ਇਹਦੀ ਘਰ ਵਾਲੀ ਬੜਾ ਬਚਾਉਣ ਦੀ ਕੋਸ਼ਿਸ਼ ਕੀਤੀ, ਪਰੰਤੂ ਇਹ ਨਾ ਮੁੜਿਆ। ਹਰ ਰੋਜ਼ ਵੇਸ਼ਵਾ ਦੇ ਅੱਡੇ ਤੇ ਜਾਣਾ, ਹੁਣ ਨਾਲ ਸ਼ਰਾਬ ਵੀ ਪੀਣੀ ਸ਼ੁਰੂ ਕਰਤੀ। ਬੋਲੋ ਸਤਿਨਾਮ। ਹੁਣ ਸ਼ਰਾਬ ਵੀ ਪੀਤੀ ਗਈ, ਫਿਰ ਜਿੱਥੇ ਸ਼ਰਾਬ ਹੈ ਤੁਹਾਨੂੰ ਪਤਾ ਹੀ ਹੈ, ਫਿਰ ਉੱਥੇ ਫਿਰ ਹੋਰ ਕਸਰ ਕੀ ਰਹੂਗੀ। ਮਾਸ ਵੀ ਖਾਣਾ ਸ਼ੁਰੂ ਕਰ ਦਿੱਤਾ। ਵੇਸ਼ਵਾ ਦੇ ਅੱਡੇ ਤੇ ਜਾਂਦਾ। ਗੁਰੂ ਨੇ ਤਾਂ ਕਹਿਤਾ ਵੀ ਖਬਰਦਾਰ ਇੱਥੇ ਨਾ ਬੜੀ, ਹੁਣ ਤੂੰ ਆ ਕੇ ਇੱਥੇ ਤੇਰੇ ਵਾਸਤੇ ਕੋਈ ਜਗ੍ਹਾ ਨਹੀਂ ਹੈ। ਸਾਧ ਸੰਗਤ ਸਮਾਂ ਲੰਘਦਾ ਗਿਆ। ਇਹਦਾ ਪਿਤਾ ਚੜ੍ਹਾਈ ਕਰ ਗਿਆ। ਇਹਦਾ ਪਿਤਾ ਚੜ੍ਹਾਈ ਕਰ ਗਿਆ। ਇਹਦੇ ਪਿਤਾ ਤੋਂ ਬਾਅਦ ਸਾਧ ਸੰਗਤ ਹੈ ਸੀ ਵਿਦਵਾਨ, ਇਹਨੂੰ ਸਾਧ ਸੰਗਤ ਰਾਜ ਪੰਡਤ ਪਿਤਾ ਦੀ ਜਗ੍ਹਾ ਰੱਖ ਲਿਆ। ਪਿਤਾ ਦੀ ਜਗ੍ਹਾ ਰੱਖ ਲਿਆ। ਇਹ ਸਾਧ ਸੰਗਤ ਕਥਾ ਬੜੀ ਸੋਹਣੀ ਕਰਦਾ ਸੀ। ਕਥਾ ਕਰਨ ਲੱਗਿਆ ਮੁੱਖ ਦਾ ਚੁੰਚ ਗਿਆਨ ਹੁੰਦਾ। ਸਾਧ ਸੰਗਤ ਹੁਣ ਕੀ ਹੋਇਆ, ਹੁਣ ਗੱਲਾਂ ਸਾਧ ਸੰਗਤ ਫੈਲਣ ਲੱਗੀਆਂ। ਰਾਜੇ ਦੇ ਕੰਨੀ ਵੀ ਇਹ ਗੱਲ ਪਹੁੰਚੀ। ਇੱਕ ਦੂਜੇ ਗੱਲਾਂ ਕਰਨ ਲੱਗੇ ਵੇ ਅਜਾਮਲ ਬਿਸਵਾ ਦੇ ਜਾਂਦਾ, ਅਜਾਮਲ ਐਂ ਕਰਦਾ, ਅਜਾਮਲ ਐਂ ਕਰਦਾ। ਰਾਜੇ ਦੇ ਕੰਨੀ ਵੀ ਗੱਲ ਪਹੁੰਚੀ। ਰਾਜੇ ਨੂੰ ਬੜਾ ਗੁੱਸਾ ਆਇਆ। ਤੇ ਰਾਜ ਘਰਾਣੇ ਚ ਕਰਦਾ ਹੋਵੇ ਕਥਾ, ਜਾਂਦਾ ਹੋਵੇ ਵੇਸ਼ਵਾ ਤੇ, ਪੀਂਦਾ ਹੋਵੇ ਸ਼ਰਾਬ, ਖਾਂਦਾ ਹੋਵੇ ਮਾਸ, ਪਰਜਾ ਤੇ ਕੀ ਅਸਰ ਪਊਗਾ ਇਹਦਾ। ਸਾਧ ਸੰਗਤ ਰਾਜੇ ਨੇ ਬੁਲਾ ਕੇ ਕਿਹਾ, ਅਜਾਮਲ ਆਪ ਦੀ ਸ਼ਿਕਾਇਤ ਆਈ ਹੈ। ਕਹਿੰਦਾ ਜੀ ਦੱਸੋ ਕੀ ਸ਼ਿਕਾਇਤ ਹੈ। ਸੁਣਿਆ ਤੂੰ ਕਲਾਵਤਨੀ ਦੇ ਅੱਡੇ ਤੇ ਜਾਣਾ, ਬੋਲ। ਹੁਣ ਇਹਨੇ ਸੋਚਿਆ ਹੁਣ ਇੱਥੇ ਤਾਂ ਨਹੀਂ ਝੂਠ ਬੋਲ ਕੇ ਸਰਨਾ। ਕਹਿੰਦਾ ਹਾਂਜੀ ਜਾਣਾ, ਜ਼ਰੂਰ ਜਾਣਾ। ਕਹਿੰਦੇ ਫਿਰ ਉਹ ਤੂੰ ਵਿਦਵਾਨ ਹੋ ਕੇ, ਏਡਾ ਵੱਡਾ ਰਾਜ ਪੰਡਤ ਹੋ ਕੇ, ਇਹ ਤਾਂ ਬਹੁਤ ਮਾੜੀ ਗੱਲ ਹੈ ਤੇਰੀ, ਕਿਉਂ ਜਾਣਾ? ਕੀ ਪਰਜਾ ਤੇ ਕੀ ਅਸਰ ਪੈਂਦਾ ਇਸ ਚੀਜ਼ ਦਾ? ਖਬਰਦਾਰ ਜੇ ਅੱਗੇ ਵਾਸਤੇ ਗਿਆ ਤਾਂ ਨਹੀਂ ਤਾਂ ਫਿਰ ਇੱਥੇ ਤੇਰੀ ਡਿਊਟੀ ਖਤਮ ਹੋਏਗੀ। ਪਰੰਤੂ ਸਾਧ ਸੰਗਤ ਨਾ ਹਟਿਆ। ਰਾਜੇ ਨੇ ਵੀ ਕਈ ਵਾਰ ਸਮਝਾਇਆ, ਦੇਖ ਤੇਰਾ ਪਿਤਾ ਨੇ ਸਾਰੀ ਉਮਰ ਇੱਥੇ ਕਥਾ ਕੀਤੀ ਆ, ਉਹਦੇ ਕਰਕੇ ਮੈਂ ਤੈਨੂੰ ਰੱਖਿਆ, ਇਸ ਕਰਕੇ ਨਹੀਂ ਤਾਂ ਤੂੰ ਫਿਰ ਮੈਂ ਤੈਨੂੰ ਹਟਾਵਾਂਗਾ। ਅਜਾਮਲ ਨੇ ਵੀ ਸਾਫ਼ ਜਵਾਬ ਦੇ ਦਿੱਤਾ। ਕਹਿੰਦਾ ਵੀ ਮੇਰੇ ਵੱਸ ਦੀ ਗੱਲ ਨਹੀਂ। ਮੈਂ ਤਾਂ ਕਹਿਣ ਲੱਗੇ ਵੀ ਬਥੇਰਾ ਸਮਝਾਇਆ। ਕਹਿੰਦਾ ਵੀ ਜੀ ਨਹੀਂ ਜੀ ਮੈਂ ਨਹੀਂ ਹਟ ਸਕਦਾ। ਕਹਿੰਦੇ ਹਟ ਨਹੀਂ ਸਕਦਾ। ਰਾਜੇ ਨੂੰ ਕ੍ਰੋਧ ਆ ਗਿਆ, ਗੁੱਸਾ ਆ ਗਿਆ। ਕਹਿੰਦਾ ਨਿਕਲ ਜਾ ਇੱਥੋਂ, ਐਸੇ ਸਮੇਂ ਮਾਰੋ, ਧੱਕੇ ਨੂੰ ਕੱਢੋ ਇੱਥੋਂ। ਧੱਕੇ ਮਾਰ ਕੇ ਸਾਧ ਕੱਢਦਾ। ਕਹਿੰਦੇ ਇਹਨੂੰ ਸ਼ਹਿਰ ਤੋਂ ਬਾਹਰ ਕੱਢ ਦਿਓ, ਮੇਰੇ ਰਾਜ ਤੋਂ ਬਾਹਰ ਹੋ ਜਾ, ਮੇਰੇ ਰਾਜ ਤੋਂ ਬਾਹਰ ਹੋ ਜਾ, ਬੇਸਵਾ ਨੂੰ ਵੀ ਨਾਲ ਲੈ ਜਾ। ਕੱਢਤਾ। ਹੁਣ ਕੋਈ ਮੂੰਹ ਨਾ ਲਾਵੇ, ਡਰਦੇ ਸਾਰੇ ਰਾਜੇ ਤੋਂ। ਸਾਧ ਵੇਸ਼ਵਾ ਸਣੇ, ਕਲਾਵਤਨੀ ਸਣੇ। ਇਹ ਸਾਧ ਸੰਗਤ ਰਾਜੇ ਦੇ ਰਾਜ ਤੋਂ ਬਾਹਰ ਹੋ ਗਿਆ। ਸਮਾਂ ਟੁਰਦਾ ਜਾਂਦਾ, ਸਮਾਂ ਰੁਕਦਾ ਨਹੀਂ। ਰਹੇ ਵਾਸਤੇ ਘੱਟ ਸਮੇਂ ਨੇ ਇੱਕ ਨਾ ਮੰਨੀ। ਸਮਾਂ ਨਹੀਂ ਸਾਧ ਸੰਗਤ ਕਿਸੇ ਨੂੰ ਮੰਨਦਾ। ਸਮਾਂ ਆਪਣੀ ਚਾਲ ਚੱਲੇ ਜਾਂਦਾ, ਤੁਰੇ ਹੀ ਜਾਂਦਾ, ਤੁਰੇ ਹੀ ਜਾਂਦਾ। ਰੁਕ ਸਕਦਾ ਕੋਈ ਸਮੇਂ ਨੂੰ? ਨਹੀਂ। ਛਿਨ ਛਿਨ ਔਧ ਦੇ ਹਾਥ ਹੈ। ਸੋ ਪਤਿਤ ਅਜਾਮਲ ਪਾਪ ਕਰ ਜਾਏ ਕਲਾਵਤਨੀ ਦੇ ਰਹਿਆ। ਦੋ ਜਣੇ ਤੁਰ ਗਏ। ਇੱਕ ਸਾਧ ਸੰਗਤ ਨਿਕਲ ਕੇ ਰਾਜ ਦੇ ਰਾਜ ਤੋਂ ਬਾਹਰ ਇੱਕ ਜੰਗਲ ਦੇ ਵਿੱਚ ਰਹਿਣਾ ਸ਼ੁਰੂ ਕੀਤਾ।
ਹੁਣ ਸਾਧ ਸੰਗਤ पेट वास्ते पेट की अग बुझाने वास्ते भी कुछ ना कुछ चाहिए। पहला तो जो माड़े मोटे पैसे पूसे आए थे खर्चे गए थोड़े समय के विच ही। फिर साध संगत इन्हें शिकार खेडना शुरू करता। शिकार करता, चिड़ियां चुड़ियां बटेरे कबूतर मार लिया, भुन के खा लेंदे ने दोहे जने, बकारां च मस्त रहिंदे ने। बस उत्थे एक कखां दी कुली जी बना ली, उत्थे रहन लगे। पतित अजामल पाप कर जाए कला वतनी दे रहा, गुर ते बेमुख होवे होए कै पाप कमावे दुरमत दहया। साध संगत बिरथा जन्म गवाईयन, भवजल अंदर फिरदा वहया, भवजल दे विच वहया बह गया इन्ने पाप। भवजल अंदर फिरदा वहया की होया। साध संगत जिहड़ी वेशवा सी, इहदी घर वाली वेशवा, सास नूं उहदे पेट तो 6 पुत्र पैदा हो गए। वारी वारी 1 2 3 4 करदे 6 पुत्र पैदा हो गए। हुण सास नूं तुहानूं पता भी जवानी तो सदा नहीं रहिंदी, 4 दिन की जिंदगी हुंदी आ। 4 दिन की जवानी विकारां दे विच सास नूं तपिया होया, भुल जांदा रब नूं। ओही जवानी फिर साध संगत सुक्की मूली वाली सास दशा हो जाती है, सुक्की मूली वाली दशा हो जाती है। तेरे रूप ने सदा नहीं रहना, ओ केड़ी गल दमान करे। दुनिया अंदर जावना। हुण साध संगत जवानी की दोपहर ढलन लगी, जोवन का सूरज मठा पैन लगा। जवानी की सास दोपहर ढलन ते आ गई। सूरज चढ़दा चढ़ना शुरू होंदा, सास तो 12 बजते ने, सूरज अपने पूरे जोवन ते आउंदा। उस तो बाद ढलदा ढलदा छिपदा छिपदा फिर छिप जाता। बोलो सतनाम। आई दशा बंदे दी हुंदी है। सो हुण साध संगत चंचलताइयां खत्म होंदियां जांदियां ने। साध संगत हुण 6 पुत जाए बेसवा, पापां दा फल इच्छे लहिया। 6 पुत्र पैदा हो गए। मान लो ये पाप पैदा हो गए हुण चुनण वास्ते। हुण 6 पुत्र साध संगत उन्हां दी संभाल करनी। बस आ जा हुण आपस में तुहानूं पता ही झगड़ा झुगड़ा भी होण लग जांदा। फिर आपस में साध संगत वो प्यार प्रेम उड़ गया। हुण साध संगत पुत्रां दी पालना नहीं हुंदी, जीवन नरक बन गया। नरक तो पहले ही सी, हुण जिउंदा ही नरक भोगण लगे।
ਸਾਧ ਸੰਗਤ ਜਾਂਦਾ, ਉਧਰ ਉਹ ਵੱਢ ਵੱਢ ਖਾਂਦੀ ਆ, ਉਧਰ ਬੱਚੇ ਰੋਂਦੇ ਨੇ। ਇਹ ਸਾਧ ਸੰਗਤ ਜਾਲ ਲੈ ਲਿਆ, ਪੰਛੀ ਫਸਾਉਂਦਾ ਹੈ। ਸਾਧ ਸੰਗਤ ਜਾਲ ਦੇ ਵਿੱਚ ਪੰਛੀ ਫਸਾ ਵਸਾ ਕੇ ਲਿਆਉਂਦਾ, ਬਸ ਉਹੀ ਭੁੰਨ ਭੰਨ ਕੇ ਸਾਧ ਸੰਗਤ ਖਾ ਖੂ ਲੈਂਦੇ ਨੇ, ਪੇਟ ਪੂਰਤੀ ਕਰਦੇ ਨੇ। ਨਾਲੇ ਸਾਧ ਸੰਗਤ ਪਿਛਲੀ ਜ਼ਿੰਦਗੀ ਨੂੰ ਯਾਦ ਕਰ ਕਰਕੇ ਫਿਰ ਪਛਤਾਉਂਦੇ ਨੇ, ਨਾਲੇ ਰੋਂਦੇ ਨੇ। ਬੋਲੋ ਸਤਿਨਾਮ। ਰੋਵੇਂਗਾ ਤੇ ਰੋ ਰੋ ਤਾਹਾਂ ਮਾਰੇਗਾ, ਜਦੋਂ ਸਮਾਂ ਬੀਤ ਗਿਆ। ਰੋਵੇਂਗਾ ਤੇ ਰੋ ਰੋ ਤਾਹਾਂ ਮਾਰੇਗਾ, ਜਦੋਂ ਸਮਾਂ ਬੀਤ ਗਿਆ। ਤਾਹਾਂ ਮਾਰੇਗਾ, ਰੋਵੇਂਗਾ ਤੇ ਰੋ ਰੋ ਤਾਹਾਂ ਮਾਰੇਗਾ। ਜਦੋਂ ਸਮਾਂ ਜਦੋਂ ਵੇਲਾ ਉਹ ਮੇਰਾ ਬੀਤ ਗਿਆ, ਜਦੋਂ ਸਮਾਂ ਜੀ ਬੀਤ ਗਿਆ, ਬੀਤ ਗਿਆ, ਬੀਤ ਗਿਆ। ਜਦੋਂ ਸਮਾਂ ਰੋਵੇਂਗਾ ਤੇ ਰੋ ਰੋ ਤਾਹਾਂ ਮਾਰੇਗਾ, ਜਦੋਂ ਵੇਲਾ ਬੀਤ ਗਿਆ। ਰੋਵੇਂਗਾ ਤੇ ਰੋ ਰੋ ਤਾਹਾਂ ਮਾਰੇਗਾ, ਜਦੋਂ ਵੇਲਾ ਬੀਤ ਗਿਆ। ਜਦੋਂ ਵੇਲਾ ਰੋਵੇਂਗਾ ਤੇ ਰੋ ਰੋ ਤਾਹਾਂ ਮਾਰੇਗਾ। ਰੋਵੇਂਗਾ ਤੇ ਰੋ ਰੋ ਤਾਹਾਂ। ਸਮਾਂ ਬੀਤਦਾ ਤੁਰਿਆ ਜਾਂਦਾ ਹੈ। ਹੁਣ ਸਾਧ ਸੰਗਤ ਜਦੋਂ ਜ਼ਿੰਦਗੀ ਦੇ ਪਿੱਛੇ ਨਿਗਾਹ ਮਾਰਦੇ ਨੇ, ਹੁਣ ਸਾਧ ਸੰਗਤ ਪਛਤਾਉਂਦਾ, ਅਜਾਮਲ ਉਹ ਕਿੰਨੀ ਦੂਰ ਪਹੁੰਚ ਗਿਆ। ਹੁਣ ਸਾਧ ਸੰਗਤ ਗੁਰੂ ਵੀ ਯਾਦ ਆਉਂਦਾ, ਮੈਨੂੰ ਕਿੰਨਾ ਰੋਕਿਆ ਸੀ, ਮੈਂ ਨਾ ਰੋਕਿਆ। ਜੇ ਮੈਂ ਮੰਨ ਲੈਂਦਾ, ਬਾਣੀ ਦੱਸਦੀ ਹੈ, ਜੇ ਕੋਈ ਵਚਨ ਕਮਾਵੇ ਭਾਈ ਸੰਤਾਂ ਦਾ, ਪ੍ਰਸਾਦਿ ਪਾਰ ਪਾਵੇਗਾ। ਵਚਨ ਕਮਾਵੇ ਭਾਈ ਸੰਤਾਂ ਦਾ, ਪ੍ਰਸਾਦਿ ਪਾਰ ਪਾਵੇਗਾ। ਜੇ ਕੋਈ ਵਚਨ ਕਮਾਵੇ ਜੇ ਕੋ ਬਚਨ ਕਮਾਵੇ ਸੰਤਨ ਕਾ, ਗੁਰ ਪ੍ਰਸਾਦੀ ਧਰੀਏ। ਹੋਰ ਸਾਧ ਸੰਗਤ ਨਿਰਾਪਰਾ ਨਾਲ ਫਿਰਨ ਦੇ ਨਾਲ ਹੀ ਨਹੀਂ, ਜੇ ਮਹਾਰਾਜ ਦੇ ਅਸੀਂ ਤਾਬੇ ਵੀ ਬੈਠੇ ਰਹੀਏ, ਬਾਣੀ ਨੂੰ ਮੰਨੀਏ ਕੋਈ ਨਾ, ਤਰ ਜਾਗੇ। ਜੇ ਗੁਰਬਾਣੀ ਨੂੰ ਮੰਨ ਲਈਏ, ਬਚਨਾਂ ਨੂੰ ਮੰਨ ਲਈਏ, ਬਚਨ ਮੰਨ ਕੇ ਅਸੀਂ ਤਰ ਜਾਵਾਂਗੇ। ਸੰਤਨ ਕੇ ਬਚਨ ਕੀ ਨੇ? ਗੁਰਬਾਣੀ ਸੰਤਾਂ ਦੇ ਵਚਨ ਨੇ, ਗੁਰੂ ਰੂਪੀ ਸੰਤਾਂ ਦੇ ਵਚਨ ਨੇ। ਇਹ ਸੰਤਨ ਕੇ ਵਚਨ ਨੇ। ਭਗਤ ਕਬੀਰ ਜੀ ਜੈਸੇ, ਭਗਤ ਫਰੀਦ ਜੀ ਜੈਸੇ, ਸਤਿਗੁਰੂ ਸੱਚੇ ਪਾਤਸ਼ਾਹ, ਇਹ ਸੰਤਨ ਕੇ ਵਚਨ ਜੇ ਅਸੀਂ ਕਮਾਈਏ ਤਾਂ ਤਰ ਜਾਵਾਂਗੇ। ਆਓ
ਹੁਣ ਵੇਸ਼ਵਾ ਵੀ ਸਾਧ ਸੰਗਤ, ਉਹ ਕਲਾਵਤਨ ਵੀ ਯਾਦ ਕਰਦੀ ਆ, ਉਹ ਤੇਰਾ ਜੀਵਨ ਤੇ ਇਹੋ ਜਿਹਾ ਹੈ ਸੀ, ਜੇ ਤੂੰ ਘੱਟੋ ਘੱਟ ਇਹਦਾ ਜੀਵਨ ਤਾਂ ਨਾ ਬਰਬਾਦ ਕਰਦੀ, ਅਜਾਮਲ ਤੇ ਤਰਸ ਕਰ ਲੈਂਦੀ। ਉਹ ਵੀ ਪਛਤਾਉਂਦੀ ਹੈ, ਆਪਸ ਵਿੱਚ ਝਗੜਦੇ ਨੇ, ਜੀਵਨ ਨਰਕ ਵਰਗਾ ਜੀਵਨ ਜਿਉਣ ਲੱਗੇ, ਇੱਕ ਦੂਏ ਤੇ ਦੋਸ਼ ਲਾਉਂਦੇ ਨੇ, ਇੱਕ ਦੂਏ ਤੇ ਦੋਸ਼ ਲਾਉਂਦੇ ਨੇ। ਸਾਧ ਸੰਗਤ ਉਹ ਕਹਿੰਦਾ ਤੈਂ ਮੈਨੂੰ ਡੋਬਿਆ, ਉਹ ਕਹਿੰਦੀ ਨਹੀਂ ਤੈਂ ਮੈਨੂੰ ਡੋਬਿਆ, ਡੁੱਬ ਕੇ ਦੋਏ। ਸਾਧ ਸੰਗਤ ਕੀ ਹੋਇਆ, ਸਮਾਂ ਆਇਆ, ਪਛਤਾਉਂਦੇ ਨੇ। ਇੱਕ ਤਾਂ ਉਹ ਹੁੰਦੇ ਨੇ ਜਿਹੜੇ ਤੋਬਾ ਨਾ ਕੀਤੀ ਕਰਕੇ ਗੁਨਾਹ ਪਛਤਾਉਂਦੇ ਵੀ ਨੇ। ਪਛਤਾਵਾ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਸਾਡੇ ਗੁਨਾਹਾਂ ਨੂੰ ਬਖਸ਼ਾ ਦਿੰਦਾ, ਸਾਡੇ ਗੁਨਾਹਾਂ ਨੂੰ, ਸਾਡੇ ਪਾਪਾਂ ਨੂੰ। ਸਾਧ ਸੰਗਤ ਬਖਸ਼ਾਉਣ ਵਾਲੀ ਇੱਕੋ ਇੱਕ ਤਾਕਤ ਹੈ, ਉਹ ਪਛਤਾਵਾ। ਹੁਣ ਦੋਵੇਂ ਪਛਤਾਉਣ ਲੱਗੇ। ਇੱਕ ਦਿਨ ਐਸਾ ਆ ਗਿਆ ਜਿਵੇਂ ਗਨਕਾ ਦੇ ਦੁਆਰੇ ਤੇ ਮਹਾਂਪੁਰਸ਼ ਅਚਾਨਚਕ ਗਨਕਾ ਵਾੜੇ ਆਏ ਖਲੋਤਾ। ਉੱਥੇ ਕਿਤੇ ਸਾਸਨ ਲੰਘਦੇ ਜਾਂਦੇ ਦੋ ਮਹਾਂਪੁਰਸ਼। ਹੁਣ ਸਾਸਨ ਹੋਰ ਤਾਂ ਕੋਈ ਮਿਲਦਾ ਨਹੀਂ, ਸੋਚਦੇ ਨੇ, ਅਜਾਮਲ ਸੋਚਦਾ ਮੈਂ ਹੁਣ ਕਿਹੜਾ ਮੁੱਖ ਲੈ ਕੇ ਜਾਵਾਂਗਾ, ਕੀ ਮੁੱਖ ਲੈ ਕੇ ਜਾਊਂਗਾ। ਮਨ ਅੰਦਰੋਂ ਕਹਿੰਦਾ ਤੂੰ ਬਖਸ਼ਾ ਲੈ, ਬਖਸ਼ਾ ਲੈ, ਬਖਸ਼ਾ ਲੈ। ਗੁਰੂ ਸਦਾ ਬਖਸ਼ਿੰਦ ਹੁੰਦਾ, ਬਖਸ਼ਾ ਲੈ। ਪਰੰਤੂ ਹੁਣ ਸਾਧ ਸੰਗਤ ਪਾਪ ਹੀ ਨਹੀਂ ਜਾਣ ਦਿੰਦੇ, ਕਿਹੜਾ ਮੁੱਖ ਲੈ ਕੇ ਬਖਸ਼ਾਵਾਂ। ਅੰਦਰੋਂ ਪਛਤਾਵਾ ਬੜਾ ਹੁੰਦਾ। ਇੱਕ ਦਿਨ ਕੀ ਹੋਇਆ, 6 ਪੁੱਤ ਜਾਏ ਬੇਸਵਾ ਪਾਪਾਂ ਦਾ ਫਲ ਇੱਛੇ ਲਹਿਆ। 7ਵਾਂ ਪੁੱਤਰ ਜਦੋਂ ਸਾਧ ਸੰਗਤ ਪੈਦਾ ਹੋਣ ਤੇ ਆਇਆ, ਸਾਧ ਸੰਗਤ ਮਹਾਂਪੁਰਸ਼ ਕਿਤੇ ਤੁਰਦੇ ਤੁਰਦੇ ਉਸ ਰਸਤੇ ਸਾਧ ਸੰਗਤ ਪਏ। ਉਹਨਾਂ ਨੇ ਸੋਚਿਆ ਵੀ ਚਲੋ ਆਹ ਕੁਟੀਆ ਜੀ ਬਣੀ ਹੋਈ ਹੈ, ਜਾਂਦੇ ਦੇਖ ਜਾਂਦੇ ਤੇ ਕੋਈ ਕਿਤੇ ਸਾਧੂ ਹੀ ਨਾ ਰਹਿੰਦਾ ਹੋਵੇ, ਕੋਈ ਫਕੀਰ ਨਾ ਰਹਿੰਦਾ ਹੋਵੇ। ਸਾਧ ਸੰਗਤ ਉਹਨਾਂ ਨੇ ਜਾਂਦੇ ਜਾਂਦੇ ਉੱਥੋਂ ਦੇ ਚਲੋ ਜਲ ਜੁਲ ਛਕ ਲਾਂਗੇ ਜਾਂ ਕੋਈ ਛਕਣ ਛਕਾਉਣ ਨੂੰ ਮਿਲ ਗਿਆ, ਚਲੋ ਰਾਤ ਕੱਟਣੀ ਹੈ, ਜੰਗਲ ਦਾ ਇਲਾਕਾ ਹੈ। ਅਜਾਮਲ ਤਾਂ ਗਿਆ ਹੋਇਆ ਸੀ ਬਾਹਰ ਨੂੰ ਸ਼ਿਕਾਰ ਵਾਸਤੇ। ਉਹ ਸਾਧ ਕਲਾਵਤ ਨਹੀਂ ਘਰੇ ਹੀ ਸੀ, ਉਸ ਕੁਟੀਆ ਚ ਸੀ। ਉਹਨੇ ਸੋਚਿਆ ਮਹਾਂਪੁਰਸ਼ ਆ ਗਿਆ। ਮੱਥਾ ਟੇਕਿਆ, ਮੱਥਾ ਟੇਕਿਆ, ਅੱਖਾਂ ਦੇ ਵਿੱਚੋਂ ਜਲ ਵਗਣ ਲੱਗਾ, ਜਲ ਦੀ ਧਾਰਾ ਵਗਣ ਲੱਗੀ। ਮਹਾਂਪੁਰਸ਼ ਤਤਵੇ ਤੇ ਮਹਾਂਪੁਰਸ਼ਾਂ ਦੇ ਸਾਹਮਣੇ ਜਦੋਂ ਅਸੀਂ ਜਾਈਏ, ਇਹ ਨਿਸ਼ਾਨੀ ਹੁੰਦੀ ਹੈ, ਸਾਡੇ ਜੀਵਨ ਦਾ ਨਕਸ਼ਾ ਸਾਹਮਣੇ ਆ ਖੜਾ ਹੁੰਦਾ, ਇਹ ਨਿਸ਼ਾਨੀ ਹੁੰਦੀ ਹੈ। ਜਿਸ ਭੇਟ ਤਰਿਆ ਇਹੋ ਹੈ ਨਿਸ਼ਾਨੀ ਭਾਈ ਸਾਧ ਭੇਟ ਤਰਿਆ, ਇਹੋ ਹੈ ਨਿਸ਼ਾਨੀ ਭਾਈ ਸਾਧ ਜਿਸ ਭੇਟ ਤਰਿਆ। ਨਿਸ਼ਾਨੀ ਭਾਈ ਇਹੋ ਹੈ ਨਿਸ਼ਾਨੀ ਜਿਸ ਭੇਟ ਤਰਿਆ, ਇਹੋ ਹੈ ਨਿਸ਼ਾਨੀ ਭਾਈ ਸਾਹਿਬ ਦੀ ਜਿਸ ਭੇਟ ਤਰਿਆ, ਇਹੋ ਹੈ ਨਿਸ਼ਾਨੀ ਭਾਈ ਸਾਹਿਬ ਦੀ, ਇਹੋ ਹੈ ਨਿਸ਼ਾਨੀ।
ਇਹ ਨਿਸ਼ਾਨੀ ਸਾਧ ਕੀ ਜਿਸ ਭੇਟ ਦਾ ਤਰੀਆ। ਨੇਤਰਾਂ ਦੇ ਵਿੱਚ ਜਲ ਵਗਣ ਲੱਗਿਆ। ਸਾਧ ਸੰਗਤ ਕਹਿਣ ਲੱਗੀ, ਬੀਬਾ ਰੋਂਦੇ ਕਿਉਂ? ਕਹਿਣ ਲੱਗੇ, ਜੀ ਅਸੀਂ ਬਹੁਤ ਪਾਪੀ ਹਾਂ, ਬਹੁਤ ਘੋਰ ਪਾਪੀ ਹਾਂ, ਬਖਸ਼ ਦਿਓ, ਅਸੀਂ ਬਹੁਤ ਵੱਡੇ ਪਾਪੀ ਹਾਂ। ਕਹਿੰਦੇ ਅਸੀਂ ਤਾਂ ਭਾਈ ਰਾਤ ਕੱਟਣੀ ਹੈ। ਕਹਿਣ ਲੱਗੇ, ਜੀ ਆ ਸਾਧ ਸੰਗਤੋਂ ਨੇ ਸੋਚਿਆ ਇਹੋ ਜਿਹੀ ਜਗ੍ਹਾ ਮਹਾਂਪੁਰਸ਼ਾਂ ਵਾਸਤੇ ਕਿਵੇਂ ਰੱਖੀਏ? ਖਾਣਾ ਪੀਣਾ ਠੀਕ ਨਹੀਂ, ਖਾਣ ਪਹਿਰਾਨ ਠੀਕ ਨਹੀਂ, ਸਾਡਾ ਜੀਵਨ ਠੀਕ ਨਹੀਂ। ਹੁਣ ਸਾਧ ਸੰਗਤ ਚਲੋ ਜੋ ਕੁਝ ਹੈ ਸੀ ਮਾੜਾ ਮੋਟਾ ਉਹਨੇ ਸਾਧ ਸੰਗਤ ਬਸ ਸਫਾਈ ਕਰਕੇ ਉੱਥੇ ਮਹਾਂਪੁਰਸ਼ਾਂ ਨੂੰ ਸਾਧ ਸੰਗਤ ਬਿਠਾਇਆ। ਇੰਨੇ ਨੂੰ ਸਾਧ ਸੰਗਤ ਅਜਾਮਲ ਵੀ ਬਾਹਰੋਂ ਆ ਗਿਆ। ਜਾਲ ਦੇ ਵਿੱਚ ਲਪੇਟੇ ਨੇ ਬਟੇਰੇ, ਚਿੜੀਆਂ, ਕਬੂਤਰ, ਤਿੱਤਰ। ਸਾਧ ਸੰਗਤ ਮਾਰ ਕੇ ਸਾਧ ਸੰਗਤ ਦੂਰੋਂ ਹੀ ਕਲਾਵਤੀ ਨੇ ਕਿਹਾ, ਇੱਧਰ ਹੀ ਰੱਖਦੇ ਇਹਨਾਂ ਨੂੰ, ਇੱਧਰ ਹੀ ਰੱਖਦੇ, ਇੱਧਰ ਹੀ, ਇਹ ਨਹੀਂ ਲਿਆਉਣੇ ਇੱਧਰ, ਅੱਜ ਨਹੀਂ ਆਪਾਂ ਨੇ ਇਹ ਕੰਮ ਕਰਨਾ। ਇਹ ਕਹਿਣ ਲੱਗੇ, ਕਿਉਂ ਅੱਜ ਕੀ ਹੋ ਗਿਆ? ਕਹਿੰਦੀ ਮਹਾਂਪੁਰਸ਼ ਆਏ ਨੇ, ਸਾਧੂ ਆਏ ਨੇ ਅੱਜ ਆਪਣੇ ਘਰੇ, ਅੱਜ ਆਪਣੇ ਘਰੇ ਸਾਧੂ ਆਏ ਨੇ। ਮੇਲਾ ਪੂਰਿਆਂ ਸੰਤਾਂ ਦਾ ਹੋਵੇ, ਸੁੱਤ ਜਦੋਂ ਭਾਗ ਜਾਗਦਾ ਸੰਤਾਂ ਦਾ, ਸੁੱਤੇ ਜਦੋਂ ਭਾਗ ਜਾਗਦਾ ਭਾਗੀ ਸਾਧ ਸੰਗ ਪ੍ਰਾਪਤ, ਪੂਰਵ ਕਰਮ ਅੰਕਰ ਜਾ ਪ੍ਰਗਟੇ ਭੇਟੇ ਪੁਰਖ ਰਸਿਕ ਵੈਰਾਗੀ। ਹੁਣ ਅਜਾਮਲ ਨੇ ਕਈ ਸਾਲ ਤਤਵੇ ਤੇ ਮਹਾਂਪੁਰਸ਼ਾਂ ਦੀ ਸੇਵਾ ਕੀਤੀ ਸੀ। ਬਚਨਾਂ ਤੋਂ ਬਾਹਰ ਹੋ ਗਿਆ, ਫਲ ਵੀ ਬੜਾ ਪਾ ਲਿਆ, ਪਛਤਾਉਂਦਾ ਵੀ ਬੜਾ। ਕਿੰਨੇ ਸਾਲ ਮਹਾਂਪੁਰਸ਼ਾਂ ਦੀ ਸੇਵਾ ਕੀਤੀ ਸੀ। ਸਾਧ ਸੰਗਤ ਹੁਣ ਅਜਾਮਲ ਨੂੰ ਕਹਿਣ ਲੱਗੀ, ਵੇ ਪਰੇ ਹੀ ਰੱਖਦੇ, ਅੱਜ ਨਹੀਂ ਆਪਾਂ ਨੇ ਬਣਾਉਣੇ, ਭੁੱਖੇ ਸਾਰ ਲਾਂਗੇ। ਕਹਿਣ ਲੱਗਾ, ਮਹਾਂਪੁਰਸ਼ ਆਏ ਨੇ? ਕਹਿੰਦਾ ਹਾਂ। ਕਹਿਣ ਲੱਗੀ, ਹਾਂ ਉੱਧਰ ਬੈਠੇ ਨੇ। ਇਹਨੇ ਹੱਥ ਮੂੰਹ ਧੋਤਾ। ਸਾਧ ਸੰਗਤ ਇਹਨੇ ਜਾ ਕੇ ਮੱਥਾ ਟੇਕਿਆ, ਨਮਸਕਾਰ ਕੀਤੀ। ਇਹ ਵੀ ਚਰਨ ਫੜ ਕੇ ਰੋਣ ਲੱਗਾ, ਇਹ ਵੀ ਚਰਨ ਫੜ ਕੇ ਰੋਣ ਲੱਗਾ, ਬੇਨਤੀਆਂ ਕਰਨ ਲੱਗਾ। ਹੈ ਤਾਂ ਵਿਦਵਾਨ ਸੀ। ਹਮ ਅਪਰਾਧੀ ਸਦ ਭੂਲ ਸੇ ਤੁਮ ਬਖਸ਼ਣ ਹਾਰੇ, ਹਮ ਅਪਰਾਧੀ ਸਦ ਭੂਲ ਸੇ ਤੁਮ ਬਖਸ਼ਣ ਹਾਰੇ। ਤੁਮ ਬਖਸ਼ਣ ਹਾਰੇ
सिखा ते बहुत कमाव दे अंत ना पारावार, हर कृपा करके बख्श लो हम पापी बड़ गुनाहगार। चरण फड़ के रोन लगा, बख्श लो बख्श लो। उठ फरीदा सुत्या दुनिया देखण जा, जे कोई मिल जा बख्शिया तां तू भी बख्शिया जा। साध संगत इन्हां ने उस दिन मास नहीं तैयार किया। साध संगत आप तो भुखे ही रहे, थोड़े जे छोले पे सी, थोड़ा जिहा गुड़ जा पिया सी। ਉਹ ਸਾਧ ਸੰਤ ਮਹਾਂਪੁਰਸ਼ਾਂ ਨੂੰ ਛਕਣ ਵਾਸਤੇ ਦਿੱਤਾ, ਜਲ ਦਿੱਤਾ। ਸੱਚੇ ਪਾਤਸ਼ਾਹ ਸਾਡਾ ਇਹੀ ਪ੍ਰਵਾਨ ਕਰਿਓ। ਅਸੀਂ ਬੜੇ ਪਾਪੀ ਹਾਂ, ਬੜੇ ਗਰੀਬ ਹਾਂ। ਅਸੀਂ ਜੰਗਲ ਵਿੱਚ ਇੱਥੇ ਦਿਨ ਕੱਟਦੇ ਹਾਂ ਤੇ ਰਾਤ ਨੂੰ ਸਾਧ ਸੰਗਤ ਸੇਵਾ ਕਰਨ ਲੱਗੇ, ਪੱਖਾ ਝੱਲਣ ਲੱਗੇ, ਮੁੱਠੀ ਚਾਪੀ ਕਰਨ ਲੱਗੇ, ਨਾਲੇ ਰੋਈ ਜਾਂਦੇ ਨੇ, ਨਾਲੇ ਬੇਨਤੀਆਂ ਕਰੀ ਜਾਂਦੇ ਨੇ। ਹੌਲੀ ਹੌਲੀ ਮਹਾਂਪੁਰਸ਼ਾਂ ਨੇ ਪੁੱਛਣਾ ਕੀਤਾ। ਇਹਨਾਂ ਨੇ ਸਾਧ ਸੰਗਤ A to Z ਆਪਣਾ ਜੀਵਨ ਸੁਣਾ ਦਿੱਤਾ। ਅਸੀਂ ਕਿੱਥੇ ਤੋਂ ਕਿੱਥੇ ਪਹੁੰਚੇ। ਮੈਂ ਬੜਾ ਵਿਦਵਾਨ ਹੁੰਦਾ ਸੀ, ਕਿਵੇਂ ਪੜ੍ਹਿਆ, ਕਿਵੇਂ ਮੈਂ ਅਵੇਸਵਾ ਦੇ ਚੁੰਗਲ 'ਚ ਫਸਿਆ, ਕਿਵੇਂ ਵਚਨਾਂ ਤੋਂ ਬਾਹਰ ਹੋਇਆ, ਮੇਰੇ ਨਾਲ ਇਹ ਕਿਵੇਂ ਬੀਤੀ। ਇਹੋ ਜਿਹੇ ਦਰਦਨਾਕ ਸਾਧ ਸੰਗਤ ਫਿਰ ਪਛਤਾਵਾ ਸਾਰਾ ਸੁਣਾਇਆ, ਸੇਵਾ ਕੀਤੀ। ਮਹਾਂਪੁਰਖ ਸਵੇਰੇ ਜਾਣ ਵਾਸਤੇ ਤਿਆਰ ਹੋਏ। ਚੰਗਾ ਭਾਈ ਅਸੀਂ ਹੁਣ ਚੱਲਦੇ ਹਾਂ, ਰਹਿਣ ਬਸੇਰਾ ਹੋ ਗਿਆ। ਫਿਰ ਸਾਧ ਸੰਗਤ ਰੋਣ ਲੱਗੇ, ਸਾਨੂੰ ਬਖਸ਼ ਦਿਓ। ਮਹਾਂਪੁਰਸ਼ਾਂ ਨੂੰ ਤਰਸ ਆਇਆ, ਦਇਆ ਆਈ ਮਨ ਦੇ ਵਿੱਚ। ਏਡੇ ਵੱਡੇ ਪਾਪੀ ਕਿਵੇਂ ਤਰਨਗੇ। ਮਹਾਂਪੁਰਸ਼ਾਂ ਨੇ ਜੁਗਤੀ ਦੱਸੀ। ਬੋਲੋ ਸਤਿਨਾਮ। ਐਵੇਂ ਨਹੀਂ ਬਾਣੀ ਕਹਿੰਦੀ। ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਪੂੰਜੀ। ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਪੂੰਜੀ। ਸੰਤਨ ਹੱਥ ਰਾਖੀ ਸੰਗਤ ਰੱਬ ਦੇ ਪਿਆਰਿਆਂ ਕੋਲ ਜੁਗਤੀਆਂ ਹੁੰਦੀਆਂ ਨੇ। ਗੁਰੂ ਨਾਨਕ ਨੇ ਸਾਨੂੰ ਤਰਨ ਦੀ ਜੁਗਤੀ ਉਹ ਤਾਂ ਦੱਸੀ ਆ। ਜੇ ਕੋਈ ਸਿੱਧਾ ਤਰਨਾ ਚਾਹੇ ਨਹੀਂ ਤਰ ਸਕਦਾ। ਦੇਖ ਲਓ, ਤਰਨ ਦੀ ਵੀ ਜੁਗਤੀ ਹੁੰਦੀ ਹੈ। ਪਾਣੀ ਤੇ ਤਰਨ ਦੀ ਵੀ ਜੁਗਤੀ ਹੁੰਦੀ ਆ। ਇੱਕ ਪਾਣੀ ਦੇ ਵਿੱਚ ਖੜੇ ਰਹਿਣਗੇ, ਪਾਣੀ 'ਚ ਖੜੇ ਰਹਿਣਗੇ, ਤਰੀਕਾ ਹੁੰਦਾ ਕੋਈ, ਉਹ ਖੜੇ ਰਹਿਣਗੇ। ਜੇ ਉਹ ਸਿੱਧਾ ਖੜ ਕੇ ਪਾਣੀ ਦੇਖ ਲਓ, ਖੜ ਕੇ ਜਾਂ ਤੁਰ ਕੇ ਦੇਖ ਲਓ ਪਾਣੀ ਤੇ, ਨਹੀਂ, ਜੁਗਤੀ ਹੁੰਦੀ ਹੈ, ਤਰਨ ਦੀ ਜੁਗਤੀ ਹੁੰਦੀ ਹੈ। ਮਹਾਂਪੁਰਸ਼ਾਂ ਕੋਲ ਜੁਗਤੀਆਂ, ਗੁਰੂ ਨਾਨਕ ਨੇ ਆ ਗੁਰਬਾਣੀ ਦੀਆਂ ਜੁਗਤੀਆਂ ਦੱਸੀਆਂ ਨੇ। ਬੋਲੋ ਸਤਿਨਾਮ। ਨਾਨਕ ਸਤਿਗੁਰੂ ਭੇਟਿਆ ਪੂਰੀ ਹੋਵੇ ਜੁਗਤ,
ਹਸੰਦਿਆਂ ਖਲੰਦਿਆਂ ਪਨੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ। ਕਿਹੋ ਜਿਹੀ ਜੁਗਤੀ ਦੱਸੀ ਹੈ, ਕਮਾਲ ਦੀ ਗੱਲ ਹੈ। ਸੋ ਸਾਧ ਸੰਗਤ ਕਹਿਣ ਲੱਗੇ, ਤਰਸ ਆਇਆ, ਦਇਆ ਆਈ, ਕਿੰਨੇ ਪੁੱਤਰ ਨੇ ਤੇਰੇ? ਅਜਾਮਲ ਕਹਿੰਦਾ ਜੀ 6 ਨੇ। ਕਹਿੰਦੇ 6 ਨੇ, ਕੋਈ ਹੋਰ ਵੀ ਹੈ? ਕਹਿੰਦੇ ਹਾਂ ਜੀ, ਵੀ ਇੱਕ ਪੁੱਤਰ ਜੰਮਣ ਵਾਲਾ, ਇੱਕ ਪੁੱਤਰ ਪੈਦਾ ਹੋਣ ਵਾਲਾ। ਕਹਿੰਦੇ ਅੱਛਾ, ਪੁੱਤਰ ਸਤਵਾਂ ਪੁੱਤਰ ਉਪੰਨਾ ਸਤਵਾਂ, ਨੌ ਧਰੈਣ ਨੂੰ ਚਿਤ ਉਮਹਿਆ। ਗੁਰੂ ਦੁਆਰਾ ਹੋਏ ਕੈ ਨੌ ਨਾਰਾਇਣ, ਗੁਰਮੁਖ ਕਹਿਆ। ਬੋਲੋ ਸਤਨਾਮ। ਕਹਿਣ ਲੱਗੇ ਐਂ ਕਰੀ, ਜਿਹੜਾ ਹੁਣ ਤੇਰਾ ਪੁੱਤਰ ਪੈਦਾ ਹੋਊ ਉਹਦਾ ਨਾਮ ਨਾਰਾਇਣ ਰੱਖੀ। ਨਾਰਾਇਣ ਪਰਮੇਸ਼ਰ ਦਾ ਨਾਂ ਹੈ, ਨਾਰਾਇਣ ਰੱਖੀ। ਬਸ ਇੰਨੀ ਗੱਲ ਕਹਿ ਕੇ ਚਲੇ ਗਏ, ਇੰਨੀ ਗੱਲ ਕਹਿ ਕੇ ਚਲੇ ਗਏ। ਹੁਣ ਇਹਨੇ ਵਚਨ ਕਮਾਇਆ, ਪੁੱਤਰ ਪੈਦਾ ਹੋਇਆ, ਉਹਦਾ ਨਾਮ ਨਾਰਾਇਣ ਰੱਖਿਆ। ਛੋਟਾ ਪੁੱਤਰ ਮਾਤਾ ਪਿਤਾ ਨੂੰ ਬਹੁਤ ਪਿਆਰਾ ਹੁੰਦਾ, ਇੰਨਾ ਪਿਆਰ ਵੱਡਿਆਂ ਨਾਲ ਨਹੀਂ ਹੁੰਦਾ ਜਿੰਨਾ ਛੋਟੇ ਨਾਲ ਹੁੰਦਾ। ਸਭ ਨਾਲ ਛੋਟਾ ਪੁੱਤਰ ਸਤਵਾਂ। ਹੁਣ ਸਾਧ ਸੰਗਤ ਜਵਾਨੀ ਗਈ, ਬੁਢੇਪਾ ਆਇਆ, ਜਵਾਨੀ ਗੁਜ਼ਰ ਗਈ, ਬੁਢੇਪਾ ਆ ਗਿਆ। ਬਹੁਤ ਭੋਗੋ ਸੋ ਪੁਸ਼ਟ ਤਨ ਮਨ ਪੁਸ਼ਟ ਤਨ ਪੁਸ਼ਟ। ਸਰੀਰ ਨੂੰ ਵੀ ਸਾਸਨ ਬਹੁਤੇ ਭੋਗਾਂ ਕਰਕੇ ਰੋਗ ਲੱਗ ਜਾਂਦੇ ਨੇ। ਸਰੀਰ ਨੂੰ ਰੋਗ ਲੱਗ ਗਏ। ਅਜਬਲ ਬਿਮਾਰ, ਬਿਮਾਰੀ ਵੀ ਬੜੀ ਕਸ਼ਟਦਾਇਕ ਆ, ਬੜਾ ਦੁੱਖ ਝੱਲਿਆ। ਨਾ ਜਾਨ ਨਿਕਲਦੀ ਹੈ, ਨਾ ਮਰਦਾ ਨਾ ਜਿਉਂਦਾ। ਹੁਣ ਸਾਧ ਸੰਗਤ ਛੋਟੇ ਪੁੱਤਰ ਨਾਲ ਪਿਆਰ ਹੈ। ਅਜਾਮਲ ਕੀ ਕਹਿੰਦਾ, ਪੁੱਤਰ ਨਾਰਾਇਣ, ਪੁੱਤਰ ਨਾਰਾਇਣ ਤੂੰ ਮੇਰੇ ਕੋਲ ਬੈਠ, ਬੜਾ ਪਿਆਰ। ਕੀ ਹੋਇਆ? ਸਾਧ ਸੰਗਤ ਸਭ ਦਰਵਾਜ਼ੇ ਪੰਨ ਮੌਤ ਨੇ ਆਉਣਾ, ਮੌਤ ਨੇ ਸਭ ਦਰਵਾਜ਼ੇ ਪੰਨ ਮੌਤ ਨੇ ਆਉਣਾ, ਮੌਤ ਨੇ ਆਉਣਾ। ਮਰਨ ਆਇਆ ਵਿਛੋੜਾ ਸਭਨਾ। ਸਾਧ ਸੰਗਤ ਬਿਮਾਰ ਪੈ ਦਾ ਬੜਾ ਦੁੱਖ ਝੱਲਿਆ। ਅੰਤ ਸਮਾਂ ਆ ਗਿਆ, ਅਜਾਮਲ ਦਾ ਅੰਤ ਸਮਾਂ ਆ ਗਿਆ। ਸਾਧ ਸੰਗਤ ਜਮਦੂਤ ਸਾਹਮਣੇ ਖੜੇ ਦਿਸਣ ਲੱਗੇ। ਹੋ ਜਾ ਤਿਆਰ, ਹੁਣ ਅੰਮ੍ਰਿਤਸਰਾਂ ਨੂੰ ਲੇਖਾ ਦੇਣਾ, ਆਏ ਕਠਨ ਦੂਤ ਜਮ ਲੈਣਾ। साध संगत क्या तक खटिया कहाँ गवाया, हर फरमान दरगाह का आया, चलो शताब दीवान बुलाया। हुण खड़े साध संगत दिसदे ने। अजामल देख के सासन चीका मारन लग्या, चीका मारन लग्या। इहनूं देखिया भी हुण मैं मरना। जिहड़ी सब नालों प्यारी चीज़ हुंदी आ ओह याद आउंदी आ मरन समय। असीं कह दिंदे अंत वेले नाम जप लांगे, जे नाम दे नाल प्यार पिया होऊ, गुरु दे नाल प्यार होएगा, ਉਹੀ याद आऊगा, ਤਾਂ गुरु याद आऊगा। ਹੁਣ ਸਾਧ ਸੰਗਤ ਅਜਾਮਲ ਦੇ ਨਾਲ, ਅਜਾਮਲ ਦਾ ਨਾਰਾਇਣ ਦੇ ਨਾਲ, ਛੋਟੇ ਪੁੱਤਰ ਦੇ ਨਾਲ ਬਹੁਤ ਪਿਆਰ ਸੀ। ਆਵਾਜ਼ਾਂ ਮਾਰਨ ਲੱਗਿਆ, ਨਾਰਾਇਣ ਨਾਰਾਇਣ। ਜਦੋਂ ਮਰਨ ਲੱਗਿਆ, ਪੁੱਤਰ ਨਾਰਾਇਣ ਆ ਜਾ, ਨਾਰਾਇਣ ਆ ਜਾ, ਨਾਰਾਇਣ ਆ ਜਾ, ਮੈਂ ਜਾਣ ਲੱਗਿਆ, ਨਾਰਾਇਣ ਆ ਜਾ। ਨਾਰਾਇਣ ਨਾਰਾਇਣ ਕਰਦਾ ਇਹਦੇ ਪ੍ਰਾਣ ਨਿਕਲ ਗਏ। ਬੋਲੋ ਸਤਨਾਮ।
ਹੁਣ ਬਾਣੀ ਦੱਸਦੀ ਹੈ ਅੰਤ ਕਾਲ ਨਾਰਾਇਣ ਸਿਮਰੈ, ਅੰਤ ਕਾਲ ਨਾਰਾਇਣ ਸਿਮਰੈ। ਮਰਨ ਵੇਲੇ ਇਹਨਾਂ ਆਪਣੇ ਕੋਲ ਸਮਾਂ ਨਹੀਂ, ਕਿਹੜੀ ਕਿਹੜੀ ਚਿਤਵਨੀ ਚ ਮਰ ਕੇ ਕੀ ਕੀ ਜੂਨਾ ਪਾਉਂਦਾ, ਕਿੱਥੇ ਕਿੱਥੇ ਜਾਂਦਾ। ਮਾਇਆ ਸਿਮਰਦਾ ਮਰ ਗਿਆ ਸੱਪ ਬਣ ਜਾਂਦਾ, ਘਰਾਂ ਦੇ ਵਿੱਚ ਸਾਸਨ ਘਰਾਂ ਨੂੰ ਸਿਮਰਦਾ ਚਿਤਪਦਾ ਭੂਤ ਬਣ ਜਾਂਦਾ, ਪੁੱਤਰਾਂ ਨੂੰ ਸਿਮਰਦਾ ਸਾਧ ਸੰਗਤ ਅਸੂਰ ਬਣ ਜਾਂਦਾ, ਸਾਧ ਸੰਗਤ ਵਿਕਾਰਾਂ ਨੂੰ ਇਸਤਰੀ ਨੂੰ ਸਿਮਰਦਾ ਇਹ ਬੇਸ਼ਵਾ ਬਣ ਜਾਂਦਾ। ਹੁਣ ਪੁੱਤਰ ਨਹੀਂ ਮੂੰਹ ਤੋਂ ਨਿਕਲਿਆ, ਨਾਰਾਇਣ 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 ਆ ਜਾ। ਅੰਤ ਵੇਲੇ ਆਸਾ ਨਾਰਾਇਣ ਵੱਲ ਧਿਆਨ ਵੀ ਚਲਿਆ ਗਿਆ, ਨਾਰਾਇਣ ਨਾਰਾਇਣ ਕਰਦੇ ਤੇ ਪ੍ਰਾਣ ਨਿਕਲ ਗਏ। ਬਾਣੀ ਦੱਸਦੀ ਹੈ ਸਾਧ ਸੰਗਤ ਜਮਗਣਾ ਨੂੰ ਦੇਵਗਣਾ ਨੇ ਮਾਰ ਕੇ ਭਜਾ ਦਿੱਤਾ, ਜਾਓ ਭਾਜੋ। ਅੰਤ ਕਾਲ ਨਾਰਾਇਣ ਸਿਮਰਾਏ ਸੀ ਚਿੰਤਾ ਮੈਂ ਜੇ ਮਰਾ, ਨਾਮ ਦੀ ਸ਼ਕਤੀ ਬਦਲਤ ਲੋਚਨ ਤੇ ਨਰ ਮੁਕਤਾ, ਪੀਤੰਬਰ ਵਾਹ ਕੇ ਹਿਰਦਾ ਵਸੈ। ਨਾਰਾਇਣ ਨਾਰਾਇਣ ਕਰਦਾ ਮਰਿਆ, ਜਮਗਣੋ ਭਾਜੋ। ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪਦਾ ਮਰਿਆ। ਇਸ ਕਰਕੇ ਕਿਹੜੀ ਅਵਸਥਾ ਮਿਲੀ, ਕਮਾਲ ਹੈ ਵਾਹਿਗੁਰੂ ਨਾਮ ਦੀ ਤਾਕਤ। ਨਾਰਾਇਣ ਨਾਰਾਇਣ ਕਰਦਾ ਭਗਵਾਨ ਆ ਗਏ। ਤਾਂ ਮਹਾਂਪੁਰਸ਼ਾਂ ਨੇ ਜੁਗਤੀ ਦੱਸੀ ਸੀ, ਗਤੀ ਮਿਲ ਗਈ ਜੋਗੀਆਂ ਵਾਲੀ, ਅੰਤ ਨਾਮ ਜਪੂਗੇ। ਗਤੀ ਮਿਲ ਗਈ ਜੋਗੀਆਂ ਵਾਲੀ, ਅੰਤ ਵੇਲੇ ਨਾਮ ਜਪੂਗੇ। ਅੰਤ ਵੇਲੇ ਗਤੀ ਮਿਲ ਗਈ ਜੋਗੀਆਂ, ਗਤੀ ਮਿਲ ਗਈ ਜੋਗੀਆਂ ਵਾਲੀ। ਗਤੀ ਮਿਲ ਗਈ ਜੋਗੀਆਂ ਵਾਲੀ, ਅੰਤ ਵੇਲੇ ਨਾਮ ਜਪੂਗੇ। ਗਤੀ ਮਿਲ ਗਈ ਜੋਗੀਆਂ ਵਾਲੀ, ਅੰਤ ਵੇਲੇ ਨਾਮ ਜਪੂਗੇ। ਅੰਤ ਵੇਲੇ ਅਜਾ ਮਲ ਕੋ ਅੰਤ ਕਾਲ ਨਾਰਾਇਣ ਸੁਧ ਆਈ। ਕਿਰਪਾ ਸੀ ਸਾਧ ਸੰਗਤ ਮਹਾਂਪੁਰਸ਼ਾਂ ਦੀ। ਅੰਤ ਵੇਲੇ ਸਾਧ ਸੰਗਤ ਵਾਹਿਗੁਰੂ ਚੇਤੇ ਆ ਗਿਆ, ਨਾਰਾਇਣ ਚੇਤੇ ਆ ਗਿਆ। ਅੰਤ ਵੇਲਾ ਸੰਭਾਲ ਲੈਂਦਾ ਗੁਰੂ। ਅੰਤ ਅਜਾ ਮਲ ਕੋ ਅੰਤ ਕਾਲ ਨਾਰਾਇਣ ਸੁਧ ਆਈ, ਜਾ ਗਤ ਕੋ ਜੋਗੀਸ਼ਰ ਵਾਂਛਤ, ਸਾਗਤ ਛਿਨਮੈ ਪਾਈ ਬੋਲੋ ਸਤਨਾਮ। ਘੋਰ ਦੁਖੈਂ ਅਨਕ ਹਤੈਂ, ਜਨਮ ਦਰਿਦਰ ਮਹਾ ਵਿਖਿਆਦੰ, ਮਟੰਤ ਸਗਲ ਸਿਮਰੰਤ ਹਰ ਨਾਮ। ਨਾਨਕ ਜੈਸੇ ਪਾਪ ਕਾਸ਼ਟ ਭਸਮ ਕਰੋਤ, ਜਿਵੇਂ ਅੱਗ ਦੀ ਚੰਗਿਆੜੀ ਲੱਖਾਂ ਮਨ ਲੱਕੜਾਂ ਨੂੰ ਨਾਸ਼ ਕਰ ਦਿੰਦੀ ਹੈ, ਵਾਹਿਗੁਰੂ ਪਰਮੇਸ਼ਰ ਦਾ ਨਾਮ ਕਰੋੜਾਂ ਪਾਪਾਂ ਨੂੰ ਨਾਸ਼ ਕਰ ਦਿੰਦਾ। ਬੋਲੋ ਸਤਨਾਮ। ਇਸ ਕਰਕੇ ਬਾਣੀ 'ਚ ਆਖਿਆ, ਆਓ ਸ਼ਬਦ ਪੜੋ ਫਿਰ ਭੋਗ ਪਾਈਏ। ਤੇਰੇ ਨਾਮ ਨੇ ਅਜਾ ਮਲ